ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼। ਸਵੇਰ ਸਮੇਂ ਸਤ ਸੰਗਤ ਦਾ ਇਹ ਸਮਾਂ, ਇਹ ਮਾਹੌਲ ਅਸੀਂ ਮਾਣ ਰਹੇ ਹਾਂ। ਅਜੇ ਹੁਣੇ ਗੁਰੂ ਦਰਬਾਰ ਦੀ ਪਾਵਨ ਆਭਾ ਵਿੱਚ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਪਵਿੱਤਰ ਪਾਵਨ ਗੁਰਵਾਕ ਗੁਰਬਚਨ ਗਿਆਨੀ ਜੀ ਨੇ ਸਾਨੂੰ ਦੁਹਰਾ ਕੇ ਸਰਵਨ ਕਰਵਾਇਆ। ਆਓ ਅਗਲੇਰੇ ਬਣਦੇ ਸਮੇਂ 'ਚ ਇਹਨਾਂ ਗੁਰਵਾਕਾਂ ਗੁਰਬਚਨਾਂ ਦੀ ਤਕਰੀਰ ਵਿਚਾਰ ਨਾਲ ਸਾਂਝ ਪਾਈਏ। ਸਭ ਤੋਂ ਪਹਿਲਾਂ ਖਾਕਸਾਰ ਦੁਆਰਾ ਬੁਲਾਈ ਗਈ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਬਚਨ ਰਾਗ ਸੋਰਠ ਦੀ ਰਚਨਾ ਹੈ। ਮਹਲਾ ਪੰਜਵਾਂ। ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਸ਼ਬਦ ਕੋਈ ਬਹੁਤ ਲੰਮੇਰਾ ਨਹੀਂ, ਦੋ ਬੰਦਾਂ ਦਾ ਵਾਕ ਹੈ। ਵਿਚਾਰ ਰਹਾਉ ਦੇ ਪਦੇ ਤੋਂ ਪ੍ਰਾਰੰਭ ਕਰੀਏ। ਗੁਰਦੇਵ ਜ਼ਿਕਰ ਕਰਦੇ ਸੰਤ ਹੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਰਹਾਉ ਸੰਤ ਹੋ ਸੁਖ ਹੋਵਾ ਸਭ ਥਾਈ। ਗੁਰਬਾਣੀ ਨੂੰ ਜਦੋਂ ਪੜ੍ਹਦੇ ਹਾਂ, ਸਮਝਦੇ ਹਾਂ, ਇਹਦੇ ਮਲਟੀਪਲ ਆਸਪੈਕਟਸ ਨੇ, ਮਲਟੀਪਲ ਲੇਅਰਸ ਦੇ ਅੰਦਰ ਗੁਰੂ ਬਾਬਾ ਜੀ ਨੇ ਸਾਨੂੰ ਸਿੱਖਿਅਤ ਕੀਤਾ ਹੈ। ਸੰਸਾਰੀ ਪੱਧਰ 'ਤੇ ਅਸੀਂ ਜਦੋਂ ਵਿਚਰੀਏ ਅਤੇ ਜਦੋਂ ਖਾਸ ਕਰਕੇ ਹਿਊਮਨ ਬਿਹੇਵੀਅਰ ਦੀ, ਮਨੁੱਖੀ ਵਿਹਾਰ ਦੀ ਗੱਲ ਆਉਂਦੀ ਹੈ, ਅਤੇ ਜਿਹੜੇ ਬਿਹੇਵੀਅਰਿਸਟ ਨੇ, ਪੀਪਲ ਹੂ ਵਰਕ ਇਨ ਦਿਸ ਏਰੀਆ ਔਰ ਇਨ ਦਿਸ ਫੀਲਡ, ਦੇ ਐਕਚੁਅਲੀ emphasize on specific things such as the word they use, empowerment. Empowerment ਹੁੰਦਾ ਆ ਕਿਸੇ ਬੰਦੇ ਦੀ ਸਮਰੱਥਾ ਨੂੰ ਵੰਗਾਰਨਾ ਤੇ ਉਹਨੂੰ ਕਹਿਣਾ ਤੂੰ ਆ ਕੰਮ ਕਰ ਸਕਦਾ ਹੈ। That is empowerment. ਕਿਉਂਕਿ ਜਦੋਂ ਕਿਸੇ ਨੂੰ ਅਸੀਂ ਅੰਡਰ ਐਸਟੀਮੇਟ ਕਰਦੇ ਹਾਂ ਜਾਂ ਲੈਟ ਡਾਊਨ ਕਰਦੇ ਹਾਂ ਜਾਂ ਉਸ ਨੂੰ ਅਸੀਂ ਉਸ ਲੈਵਲ 'ਤੇ ਕਾਊਂਟ ਹੀ ਨਹੀਂ ਕਰਦੇ ਜੋ ਕਰ ਸਕਦਾ ਆ, ਤਾਂ ਬੰਦਾ ਵੀ ਸੋਚਦਾ ਮੇਰੇ ਤੋਂ ਨਹੀਂ ਹੋਣਾ। ਆਈ ਵੋਂਟ ਬੀ ਏਬਲ ਟੂ ਪੋਸ। ਜੇ ਹੁੰਦਾ ਤਾਂ ਮੈਨੂੰ ਕੋਈ ਕਹਿੰਦਾ ਹੀ ਮੈਂ ਕਰ ਪਾਉਂਦਾ, ਮੈਂ ਮੇਰੀ ਸਮਰੱਥਾ ਹੈਗੀ ਹੈ। ਜਿਹੜਾ ਖਾਸ ਕਰਕੇ ਕਿਸੇ ਨੂੰ ਐਡਰੈਸ ਕਰਨਾ ਆ, ਜਦੋਂ ਐਡਰੈਸ ਕਰਨਾ, ਕਿਸੇ ਨਾਲ ਗੱਲ ਕਰਨੀ ਹੈ, ਉਹਨੂੰ ਜਿਹੜੀ ਆਵਾਜ਼ ਦੇਣੀ ਹੈ, ਉਸ ਆਵਾਜ਼ ਦੇ ਜ਼ਰੀਏ ਅਗਲੇ ਦੇ ਕੰਨਾਂ ਅਤੇ ਮਨ ਤੱਕ ਸੰਦੇਸ਼ ਪਹੁੰਚਣਾ। ਹੂ ਐਮ ਆਈ, ਮੈਂ ਕੌਣ ਹਾਂ, ਮੇਰੀ ਐਬਿਲਿਟੀ ਕੀ ਹੈ। ਜਦੋਂ ਅਸੀਂ, ਜਿਵੇਂ ਭਗਤ ਨਾਮਦੇਵ ਜੀ ਕਹਿੰਦੇ, ਇਹ ਪੰਡਿਆ ਮੋਕੋ ਡੇਢ ਕਹਿਤ ਹੈ। ਜਿਹੜਾ ਪੰਡਤ ਹੈ, ਜਿਹੜਾ ਸਵਰਨ ਆ ਉਸ ਸੁਸਾਇਟੀ ਦੇ ਵਿੱਚ, ਜਿਹੜਾ ਸਾਰੀ ਸੁਸਾਇਟੀ ਨੂੰ ਕਹਿੰਦਾ ਸੀ ਕਿ ਮੈਂ ਸਰੋਪਰੀ ਹਾਂ, ਮੈਂ ਸੁਪੀਰੀਅਰ ਹਾਂ, ਉਹ ਕੰਮ ਕਰਨ ਵਾਲੇ, ਉਸ ਮਿੱਟੀ ਨਾਲ ਮਿੱਟੀ ਹੋਣ ਵਾਲੇ ਸ਼ਖਸ ਨੂੰ, ਉਹਨੂੰ ਕਹਿੰਦਾ ਹੈ ਇਹ ਅਛੂਤ ਹੈ। ਇਹ ਡੇਢ ਦਾ ਮਤਲਬ ਮੂਰਖ, ਜਿਹਦੇ ਕੋਲ ਜਿਹੜਾ ਹੈ ਕੋਈ ਅਕਲ ਨਹੀਂ ਹੈ। ਉਸ ਨੂੰ ਪਹਿਲਾਂ ਹੀ ਇਹ ਕਹਿ ਕੇ ਰਿਅਲਾਈਜ਼ ਕਰਾ ਦੇਣਾ ਕਿ ਤੂੰ ਤਾਂ ਕੁਛ ਵੀ ਨਹੀਂ, ਤੂੰ ਮਿੱਟੀ ਹੈ, ਤੈਨੂੰ ਪਤਾ ਹੀ ਕੁਛ ਨਹੀਂ ਹੈਗਾ, ਤੂੰ ਤਾਂ ਮੂਰਖ ਹੈ ਬਿਲਕੁਲ। ਇਹਦੇ ਮੁਕਾਬਲਤਨ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਮਹਾਰਾਜ ਕਹਿੰਦੇ ਉਹ ਬੰਦੇ ਐਸਾ ਪਾਪ ਨਾ ਕਰ, ਬਲਕਿ ਕੀ ਕਰ, ਆ ਜਿਹੜਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ, ਸੰਤੋ, ਆਵਾਜ਼ ਦੇ ਕਿਸੇ ਨੂੰ। ਕੀ ਆਵਾਜ਼ ਦੇ? ਤੂੰ ਸੰਤ ਹੈ, ਤੂੰ ਰੂਹਾਨੀ ਤੌਰ 'ਤੇ ਪੁੱਗੀ ਹੋਈ ਹਸਤੀ ਹੈ। ਇੰਪਾਵਰਮੈਂਟ ਹੈ। ਬੰਦੇ ਨੂੰ ਇਹ ਰਿਅਲਾਈਜ਼ ਕਰਾਉਣਾ, ਬੰਦੇ ਤੈਨੂੰ ਕੋਈ ਪਤਾ ਨਹੀਂ ਤੂੰ ਕੀ ਕਰ ਸਕਦਾ ਹੈ, ਤੂੰ ਤਾਂ ਬਹੁਤ, ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਸੀ, ਕਹੋ ਕਬੀਰ ਇਹ ਰਾਮ ਕੀ ਅੰਸ਼, ਤੂੰ ਤੇ ਰੱਬ ਦੀ ਅੰਸ਼ ਹੈ, ਤੂੰ ਕਿਉਂ ਗਵਾਚ ਗਿਆ ਸੱਜੇ ਖੱਬੇ। ਜਾਂ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ, ਆਪਣੇ ਆਪ ਨੂੰ ਜੇ ਐਡਰੈਸ ਕਰਨਾ ਹੋਏ ਤਾਂ ਗੁਰੂ ਬਾਬਾ ਜੀ ਕਹਿੰਦੇ ਮਨ ਨਾਲ ਬਾਤ ਪਾਇਆ ਕਰ, ਤੇ ਕਿਹਾ ਕਰ ਕਿ ਮਨਾ
ਮੈਂ ਤੇ ਤੈਨੂੰ ਆਪਣਾ ਮਿੱਤਰ ਮੰਨਿਆ ਹੈਗਾ। ਸੁਣ ਮਨ ਮਿੱਤਰ ਪਿਆਰਿਆ, ਮਤਲਬ ਤੇਰੀ ਤੇ ਮੇਰੀ ਇੱਕੋ ਮੰਜ਼ਿਲ ਆ। ਸੋ ਇਸ ਕਰਕੇ ਆਪਾਂ ਚੰਗੇ ਪਾਸੇ ਜਾਣਾ ਆ। ਜਾਂ ਕਿਤੇ ਕਿਹਾ ਮਨਾ ਤੂੰ ਰਿਅਲਾਈਜ਼ ਨਹੀਂ ਕਰਦਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਸ਼ਬਦ ਆ ਰਿਹਾ ਸੰਤ ਹੋ। ਆਮ ਆਰਡੀਨਰੀ ਬੰਦੇ ਨੂੰ ਸੰਤ ਕਹਿ ਕੇ ਬੁਲਾਇਆ ਜਾ ਰਿਹਾ। ਇਸ ਕਰਕੇ ਤਾਂ ਕਿ ਉਹਦੇ 'ਚ ਜਿਹੜੀ ਸੰਤਤਾਈ ਹੈ, ਜਿਹੜਾ ਉਹਦੇ ਅੰਦਰ ਉਹ ਗੁਣ ਆ ਜਿਹਦੇ ਕਰਕੇ ਉਹਦੇ ਸ਼ੁਭਤਾ ਆ ਸਕਦੀ ਹੈ, ਉਸ ਨੂੰ ਭੁੱਲ ਨਾ ਜਾਏ, ਗਵਾ ਨਾ ਦੇ। ਸੋ ਇਹ ਵੀ ਇੱਕ ਗੁਰਬਾਣੀ ਦਾ ਇੱਕ ਪਹਿਲਾ ਮੈਸੇਜ ਸਾਨੂੰ ਹੈ ਕਿ ਅਸੀਂ ਕਿਸੇ ਨੂੰ ਐਡਰੈਸ ਕਿਵੇਂ ਕਰਨਾ ਆ। ਜਿਵੇਂ ਮੋਸਟਲੀ ਘਰਾਂ ਥਾਵਾਂ 'ਤੇ ਕੀ ਹੁੰਦਾ ਹੈ ਕਿ ਅਸੀਂ ਆਲੇ ਦੁਆਲੇ ਭੈਣ ਭਰਾਵਾਂ ਬੱਚਿਆਂ ਸਾਰਿਆਂ ਨਾਲ ਗੱਲਾਂ ਕਰਦੇ ਹੋਏ ਉਹਨਾਂ ਨੂੰ ਇੱਕ ਨਾਮ ਦੇ ਦਿੰਦੇ ਹਾਂ। ਉਹ ਨਾਮ ਦੇ ਵਿੱਚ ਮੋਸਟਲੀ ਬੈਡ ਨੇਮਸ ਹੁੰਦੇ ਨੇ, ਅਤੇ ਉਹ ਬੈਡ ਨੇਮਸ ਹੌਲੀ ਹੌਲੀ ਉਹਨਾਂ ਦੀ ਪਰਸਨੈਲਿਟੀ ਦਾ ਦੂਜਾ ਹਿੱਸਾ ਬਣ ਜਾਂਦੇ ਨੇ। ਅਤੇ ਜੇ ਉੱਥੇ ਹੀ ਉਹਨਾਂ ਨੂੰ ਨਾਮ ਐਸੇ ਦੇ ਦਿੱਤੇ ਜਾਣ ਜਿਨ੍ਹਾਂ ਨਾਮਾਂ ਦੇ ਵਿੱਚ ਗੁਣ ਹੋਏ, ਵਡਿਆਈ ਹੋਏ, ਸ਼ੁਭਤਾ ਹੋਏ, ਅਤੇ ਉਹਨਾਂ ਨੂੰ ਅਹਿਸਾਸ ਕਰਵਾਇਆ ਜਾਏ ਕਿ ਓਕੇ ਤੁਹਾਡੇ ਤੋਂ ਇਹੋ ਜਿਹੀਆਂ ਐਕਸਪੈਕਟੇਸ਼ਨਸ ਨੇ, ਤੁਹਾਨੂੰ ਇਸ ਰੂਪ 'ਤੇ ਅਸੀਂ ਦੇਖਦੇ ਹਾਂ। ਸੋ ਉਹਨਾਂ 'ਚ ਉਹ ਐਬਿਲਿਟੀ ਆ ਸਕਦੀ, ਇੰਪਾਵਰਮੈਂਟ ਹੈ ਸਾਰੇ ਦੀ ਸਾਰੇ। ਗੁਰੂ ਮਹਾਰਾਜ ਇਸ ਲੈਵਲ 'ਤੇ ਸਾਨੂੰ ਸਮਝਾਉਂਦੇ। ਬਚਨ ਹੈ ਸੰਤੋ, ਹੇ ਸੱਤ ਨਾਲ ਸਾਂਝ ਪਾਣ ਆਈਓ ਰੂਹੋ ਧਰਤੀ ਦੇ ਉੱਤੇ, ਹੇ ਬਸ਼ਰ ਹੇ ਮਨੁੱਖ, ਸੁਖ ਹੋਵਾ ਸਭ ਥਾਈ, ਸੁਖ ਹੋਵਾ ਸਭ ਥਾਈ। ਹੁਣ ਸੁਖ ਦੇ ਬਾਬਤ ਵੀ ਅਗੇਨ ਇਹ ਵਰਡ ਜਿਹੜਾ ਹੈਗਾ ਜਿਹਨੂੰ ਅਸੀਂ ਸੁੱਖ ਨੂੰ ਕੰਫਰਟ ਵੀ ਕਹਿੰਦੇ ਹਾਂ, ਅਸੀਂ ਸੁੱਖ ਨੂੰ ਅਸੀਂ ਹੈਪੀਨੈਸ ਵੀ ਕਹਿੰਦੇ ਹਾਂ, ਖੁਸ਼ੀ ਦਾ ਅਹਿਸਾਸ, joyfulness ਵੀ ਕਹਿੰਦੇ ਹਾਂ। ਮਤਲਬ there are so many different words we can use for that specific one word। ਅਤੇ ਇਹਦੀ ਫਿਰ ਇੰਟਰਪ੍ਰੀਟੇਸ਼ਨ ਵੀ ਜਿਹੜੀ ਹੈ ਇਹਦੇ 'ਚ ਡਿਫਰੈਂਟ ਲੈਵਲ 'ਤੇ ਲੋਕਾਂ ਨੇ ਇਹਨੂੰ ਐਕਸਪਲੇਨ ਕੀਤਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਪਰਿਭਾਸ਼ਾ ਪੜ੍ਹੀਏ ਅਤੇ ਬਾਬਾ ਜੀ ਸੁੱਖ ਅਤੇ ਦੁੱਖ ਦੀ ਪਰਿਭਾਸ਼ਾ ਸਾਡੀ ਆਮ ਪਰਿਭਾਸ਼ਾ ਨਾਲੋਂ ਥੋੜ੍ਹੀ ਵੱਖਰੀ ਦਿੰਦੇ ਨੇ। ਅਸੀਂ ਸ਼ਬਦ ਲਿਟਰਲੀ ਤੌਰ 'ਤੇ ਕਿੰਨੀ ਵਾਰੀ ਪੜ੍ਹਦੇ ਹਾਂ, ਦੁੱਖ ਦਾਰੂ ਸੁੱਖ ਰੋਗ ਪਿਆ। ਹੁਣ ਇੱਥੇ ਸੁੱਖ ਦਾ ਮਤਲਬ ਕੰਫਰਟ ਆ। ਜਿਹੜਾ ਬਹੁਤ ਕੰਫਰਟ ਜ਼ੋਨ 'ਚ ਚਲੇ ਜਾਣਾ ਇਹ ਰੋਗੀ ਹੋ ਜਾਣਾ ਆ, ਅਤੇ ਰੋਗ ਬੰਦੇ ਨੂੰ ਮਾਰਦਾ ਆ। ਇਸ ਕਰਕੇ ਬੰਦੇ ਜ਼ਿੰਦਗੀ ਦੇ ਵਿੱਚ ਚੈਲੰਜਸ ਰਹਿਣੇ, ਜ਼ਿੰਦਗੀ ਦੇ ਵਿੱਚ ਤਕਲੀਫਾਂ, ਔਂਕੜਾਂ, ਔਖਿਆਈਆਂ ਰਹਿਣੀਆਂ, ਇਹ ਬੜਾ ਜ਼ਰੂਰੀ ਹੈ। ਕਿਉਂਕਿ ਇਹਦੇ ਨਾਲ ਜ਼ਿੰਦਗੀ ਦੀ ਦਰੁਸਤਗੀ ਹੁੰਦੀ ਹੈ। ਬੰਦਾ ਜਿਵੇਂ ਕਈ ਵਾਰੀ ਅਸੀਂ ਲਿਟਰੇਚਰ 'ਚ ਪੜ੍ਹੀਏ, ਸੂਫੀ ਫਕੀਰ ਰਹੀਮ ਦੇ ਦੋਹੇ ਆਪਨੇ ਕਦੀ ਪੜ੍ਹੇ ਹੋਣ ਕਦੇ, ਕਿਉਂਕਿ ਸਾਡੇ ਸਕੂਲੀ ਸਿਲੇਬਸ ਦਾ ਹਿੱਸਾ ਸੀਗਾ ਆਲਮੋਸਟ, ਸਾਨੂੰ ਅੱਧੇ ਤੋਂ ਵੱਧ ਕੰਠ ਕਰਵਾਏ ਸੀ ਉਹਨਾਂ ਨੇ। ਅਤੇ ਉਹਦੇ 'ਚੋਂ ਦੋਹਿਆਂ 'ਚੋਂ ਇੱਕ ਦੋ ਦੋਹਾ ਜ਼ਿਕਰ ਇਹੋ ਜਿਹਾ ਕਰਦੇ, ਕਹਿੰਦੇ ਰਹੀਮਨ ਬਿਪਤਨ ਹੋਂ ਭਲੀ ਜੋ ਥੋੜੇ ਦਿਨ ਹੋਏ। ਅਸੀਂ ਕਹਿੰਦੇ ਹਾਂ ਬਿਪਤਾ ਨਾ ਆਵੇ, ਮੁਸੀਬਤ ਨਾ ਆਵੇ, ਮੁਸ਼ਕਲ ਨਾ ਆਵੇ, ਤਕਲੀਫ ਨਾ ਆਵੇ। ਰਹੀਮ ਜੀ ਕਹਿੰਦੇ ਨਹੀਂ 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 ਨਹੀਂ, ਥੋੜ੍ਹੇ ਦਿਨਾਂ ਦੀ ਬਿਪਤਾ ਜ਼ਰੂਰ ਹੋਣੀ ਚਾਹੀਦੀ ਹੈ। ਇਹ ਬੜੀ ਚੰਗੀ ਚੀਜ਼ ਹੈ, ਕਮਾਲ ਹੈ। ਹਾਂ, ਡੇਰਾ ਲਾ ਕੇ ਤਾਂ ਨਾ ਬੈਠੇ, ਲੰਮੇਰਾ ਸਮਾਂ ਤਾਂ ਨਾ ਆਵੇ, ਤਾਂ ਕੋਈ ਨਹੀਂ ਚਾਹੁੰਦਾ ਵੀ ਬਿਪਤਾ ਹੀ ਬੈਠੀ ਰਹੇ ਹਰ ਵਕਤ। ਮਤਲਬ ਸੁੱਖ ਦੁੱਖ ਜੀਵਨ ਦਾ ਸੁਮੇਲ ਹੈ, ਆਉਂਦੇ ਜਾਂਦੇ ਰਹਿਣੇ ਚਾਹੀਦੇ ਨੇ। ਜਿਹਨੂੰ ਗੁਰੂ ਸਾਹਿਬ ਨੇ ਬਿਆਨ ਇਸ ਤਰ੍ਹਾਂ ਬਾਣੀ 'ਚ ਕੀਤਾ ਕਿ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ। ਦਰ ਦੇ ਕੱਪੜੇ ਨੇ, ਇੱਕ ਪਾਇਆ ਦੂਜਾ ਧੁੱਪ ਕੇ ਤਿਆਰ ਹੋ ਰਿਹਾ, ਇਹ ਲੈ ਜਾਏਗਾ ਦੂਜਾ ਪਾ ਲਵਾਂਗੇ। ਇਸ ਤਰ੍ਹਾਂ ਹੀ ਜੀਵਨ ਚੱਲਦਾ ਹੈ। ਮਤਲਬ ਕੰਫਰਟ ਅਤੇ ਅਨਕੰਫਰਟੇਬਲ ਇਕੱਠਾ ਹੀ ਹੈ। ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਬਿਲਕੁਲ ਹਰ ਵਕਤ ਇੱਕੋ ਹੀ ਕੰਫਰਟ ਜ਼ੋਨ ਲੱਭਦੇ ਫਿਰੋਗੇ। ਜੀਵਨ ਇਹ ਦੋਨਾਂ ਦਾ ਸੁਮੇਲ ਦੇ ਰੂਪ ਵਿੱਚ ਚੱਲਦਾ। ਜਾਂ ਜਿਹੜੀ ਬਿਪਤਾ ਆ, ਇਹ ਬੰਦੇ ਨੂੰ ਕਰਤਾਰੀ ਹਸਤੀ ਦੇ ਬਹੁਤ ਨੇੜੇ ਵੀ ਲੈ ਕੇ ਆਉਂਦੀ ਹੈ। ਇਹਨੂੰ ਦਾਨਸ਼ਮੰਦਾਂ ਨੇ ਇਸ ਤਰ੍ਹਾਂ ਵੀ ਕਿਹਾ, ਸੁੱਖ ਵਿੱਚ ਪਰਨਾਏ ਹੋਏ ਬਹੁਤ ਘੱਟ, ਰੇਅਰਲੀ ਕੋਈ ਮਿਲੇਗਾ ਤੁਹਾਨੂੰ ਜਿਹੜਾ ਅਧਿਆਤਮੀ ਤਲ 'ਤੇ ਇਸ ਪਾਸੇ ਨੂੰ ਆਇਆ ਹੋਏ। ਹਾਂ, ਦੁੱਖ ਦੇ ਮਾਰੇ ਹੋਏ ਲੋਕ ਤੇ ਰੱਬ ਦਾ ਨਾਂ ਲੈਂਦੇ ਹੀ ਨੇ, ਉਹ ਤੇ ਆਉਂਦੇ ਹੀ ਨੇ ਇਸ ਪਾਸੇ। ਇਸ ਕਰਕੇ ਦੁੱਖ ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਰੱਬ ਦੀ ਆਭਾ ਦੇ ਨੇੜੇ ਲੈ ਆਉਂਦਾ ਆ। ਬੀਤੇ ਕੱਲ੍ਹ ਹੀ ਮੇਰੀ ਕਿਸੇ ਨਾਲ ਬਾਤ ਹੋ ਰਹੀ ਸੀ ਇੱਥੇ, ਅਤੇ ਉਹ ਕਹਿ ਰਹੇ ਸੀ, ਕਹਿੰਦੇ ਗੱਲ ਇਹ ਹੈ ਕਿ I wasn't a Gurudwara person at all. No. If I actually recall my last most of the years
in my life, I can easily see that occasionally, when I'm saying occasionally, once a month or once actually twice a month or after 3 months, I might visit Gurdwara Sahib. And that only happened due to someone might have invited me to attend any Gurdwara program. That's why I was in Gurdwara Sahib. But from last 2 years, I'm regular in Gurdwara Sahib. What happened? ਕੀ ਹੋਇਆ? ਉਹ ਕਹਿੰਦੇ ਹੋਣਾ ਕੀ ਸੀਗਾ, ਕੁਝ ਇਹੋ ਜਿਹੀ ਮਿਸਟੇਕ ਹੋ ਗਈ ਜਿਹਦੇ ਨਾਲ ਜੱਜ ਨੇ ਕਮਿਊਨਿਟੀ ਸਰਵਿਸ ਲਾਤੀ. And then I didn't have any choice. I had to spend my actually most of the time in Gurdwara Sahib, and that was only for 4 weeks. And what happened? 4 weeks went away like you could say in a eye blink. And now when we are talking here, I'm totally used to for it. ਤੇ ਮੈਨੂੰ ਹੁਣ ਪਤਾ ਲੱਗ ਰਿਹਾ ਵੀ ਮੈਂ ਕਿਸ ਚੀਜ਼ ਨੂੰ ਮਿਸ ਕਰ ਰਿਹਾ ਸੀਗਾ. ਇਹ ਤੇ ਕਮਾਲ ਹੋ ਗਈ. ਇਹ ਤੇ ਜ਼ਿੰਦਗੀ ਦਾ ਅਸਲ ਪਾਸਾ ਹੀ ਹੁਣ ਪਤਾ ਲੱਗ ਰਿਹਾ. ਸੋ ਦੁੱਖ ਨੂੰ ਤੁਸੀਂ ਇਸ ਲੈਵਲ ਤੇ ਦੇਖੋ ਕਿ ਇਹਦੇ ਚੋਂ ਜਿਹੜਾ ਆਊਟਕਮ ਆ, ਉਹ ਕਹਿੰਦੇ, ਉਹ ਖੁਦ ਮੈਨੂੰ ਲਿਟਰਲੀ ਤੌਰ ਤੇ ਕਹਿੰਦਾ ਕਿ ਮੈਂ ਨਹੀਂ ਸੀ ਰਿਅਲਾਈਜ਼ ਕੀਤਾ. ਮੈਂ ਤੇ ਇੰਨਾ ਜਜਮੈਂਟਲ ਸੀਗਾ. ਮੈਂ ਕਹਿੰਦਾ ਹੁੰਦਾ ਸੀਗਾ ਕਿ ਇਹ ਤੇ ਗੁਰਦੁਆਰੇ ਤੇ ਗੁਰਦੁਆਰੇ ਵਾਲੇ ਲੋਕ ਤੇ ਗੁਰਦੁਆਰਾ ਤੇ ਦਿਸ ਨਥਿੰਗ ਹੈ, ਤੇ ਕੁਛ ਵੀ ਨਹੀਂ ਹੈਗਾ. ਧਰਮ ਦੀ ਤੇ ਚੀਜ਼ ਲੋੜ ਹੀ ਨਹੀਂ ਹੈਗੀ. ਕਹਿੰਦੀ ਨਾਓ ਆਈ ਰਿਅਲਾਈਜ਼, ਆਈ ਇੰਜੋਏ, ਆਈ ਐਕਚੁਅਲੀ ਟੇਸਟ ਇਟ, ਐਂਡ ਐਕਚੁਅਲੀ ਆਈ ਗੈਟ ਦ ਆਈਡੀਆ, ਵਾਓ ਵਾਟ ਆਈ ਵਾਜ਼ ਮਿਸਿੰਗ ਦੈਟ ਟਾਈਮ. ਸੋ ਇਹ ਜਿਹੜਾ ਅਹਿਸਾਸ ਆ, ਇਸੇ ਕਰਕੇ ਸਾਹਿਬ ਨੇ ਕਿਹਾ ਕਿ ਜਿਹੜੀ ਵਿਪਤਾ, ਮੁਸੀਬਤ, ਮੁਸ਼ਕਲ ਆ, ਇਹ ਬੰਦੇ ਨੂੰ ਇੱਕ ਹਾਇਰ ਲੈਵਲ ਤੇ ਲੈ ਆਉਂਦੀ ਹੈ. ਰਹੀਮ ਜੀ ਬਿਆਨ ਕਰਦੇ, ਰਹੀਮਨ ਵਿਪਤਨ ਹੂੰ ਭਲੀ, ਜੋ ਥੋੜੇ ਦਿਨ ਹੋਏ. ਥੋੜੇ ਦਿਨਾਂ ਦੀ ਵਿਪਤਾ ਹਰ ਬੰਦੇ ਤੇ ਆਉਣੀ ਚਾਹੀਦੀ ਹੈ, ਜ਼ਰੂਰੀ ਹੈ. ਕਿਆ ਇੱਕ ਹੋਰ ਚੀਜ਼ ਮੈਂ ਬਿਆਨ ਕਰਦਿਆਂ ਦੇ ਨਾਲ ਐਡ ਕਰਦਿਆਂ, ਜੋ ਬੱਚਿਆਂ ਦੀ ਗੱਲ ਕਰ ਰਹੇ ਸੀ ਅਸੀਂ, ਜਿਹੜੀ ਫਰਸਟ੍ਰੇਸ਼ਨ ਆ, ਵਿਪਤਾ ਫਰਸਟ੍ਰੇਸ਼ਨ ਜਨਰੇਟ ਕਰਦੀ ਹੈ, ਇਹ ਬੜੀ ਜ਼ਰੂਰੀ ਹੈ. ਸਾਡੇ ਇੱਥੇ ਮੈਂਟਲ ਹੈਲਥ ਦਾ ਕ੍ਰਾਈਸਿਸ ਇਸ ਕਰਕੇ ਆ ਰਿਹਾ ਹੈ ਕਿਉਂਕਿ ਜਦੋਂ ਫਰਸਟ੍ਰੇਸ਼ਨ ਆਉਂਦੀ ਹੈ, ਬੱਚਿਆਂ ਨੂੰ ਪਤਾ ਹੀ ਨਹੀਂ ਉਹਦੇ ਵਿੱਚ ਬਿਹੇਵ ਕਿਵੇਂ ਕਰਨਾ ਆ, ਉਹਨੂੰ ਮੈਨੇਜ ਕਰਨਾ, ਉਹਦੇ ਵਿੱਚੋਂ ਬਾਹਰ ਆਉਣਾ. ਤੇ ਸਕਿੱਲ ਆ ਪੂਰੀ, ਤੇ ਜਿੰਨੀ ਦੇਰ ਤੱਕ ਉਹ ਲਰਨ ਨਹੀਂ ਕੀਤੀ ਜਾਏਗੀ, ਉਹਨਾਂ ਕੋਲ ਸਕਿੱਲ ਹੋਏਗੀ ਨਹੀਂ. ਆਪ ਕੁਛ ਚੀਜ਼ਾਂ ਦੇਖੋ ਜਿਹੜੀਆਂ ਚੀਜ਼ਾਂ ਸਕਿੱਲ ਦੇ ਨਾਲ ਰਿਲੇਟਡ ਕਰਦੀਆਂ ਨੇ. ਜਿਵੇਂ ਸਪੋਜ਼ ਕਰੋ ਡਾਇਰੈਕਟਲੀ ਸਟੱਡੀ ਨਹੀਂ ਗਈ, ਥਿਊਰੀ ਨਹੀਂ ਇਕੱਲੀ ਵੀ ਥਿਊਰੀ ਪੜ੍ਹ ਲਈ ਕੰਮ ਹੋ ਗਿਆ. ਇੱਥੇ ਇਲੈਕਟ੍ਰੀਸ਼ੀਅਨਸ ਬਣਦੇ ਨੇ, ਤੇ ਇਲੈਕਟ੍ਰੀਸ਼ੀਅਨਸ ਕਿੱਦਾਂ ਬਣਦੇ? ਉਹ ਇੱਦਾਂ ਨਹੀਂ ਬਣਦੇ ਕਿ ਤੁਸੀਂ ਸਾਲ ਦਾ ਜਾਂ 6 ਮਹੀਨੇ ਦਾ ਕੋਰਸ ਕੀਤਾ ਡਨ. ਨਾ ਨਾ ਨਾ, ਉਹਦੀ ਅਪ੍ਰੈਂਟਿਸ ਹੁੰਦੀ ਹੈ. ਕਿੰਨਾ ਕਿੰਨਾ ਸਮਾਂ ਔਨ ਹੈਂਡ ਐਕਸਪੀਰੀਅੰਸ ਕਹਿੰਦੇ ਨੇ, ਸਿਖਾਉਣਾ ਪੈਂਦਾ ਸਭ ਚੀਜ਼ਾਂ ਦੇ ਵਿੱਚ. ਜਿਹੜੀ ਲਾਈਫ ਕੋਚਿੰਗ ਹੈ, ਤੇ ਕਿਤੇ ਇਸ ਤੋਂ ਜ਼ਿਆਦਾ ਜਿਹੜਾ ਸਵੀਅਰ ਟ੍ਰੇਨਿੰਗ ਚਾਹੁੰਦੀ ਹੈ, ਕਿਤੇ ਇੰਟੈਂਸ ਟ੍ਰੇਨਿੰਗ ਚਾਹੁੰਦੀ ਹੈ. ਜਿਨ੍ਹਾਂ ਘਰਾਂ ਥਾਵਾਂ ਦੇ ਵਿੱਚੋਂ ਜੋ ਹੈ ਬੱਚੇ ਮਾਂ ਬਾਪ ਨੂੰ ਦੇਖਦੇ ਗੋਇੰਗ ਥਰੂ ਵਿਦ ਫਰਸਟ੍ਰੇਸ਼ਨ, ਐਂਡ ਐਜ਼ ਵੈਲ ਐਜ਼ ਉਹਨਾਂ ਨੂੰ ਆਪ ਉਹ ਸਾਰੀ ਫਰਸਟ੍ਰੇਸ਼ਨ ਦਾ ਪਾਰਟ ਬਣਾਇਆ ਜਾਂਦਾ, ਹਿੱਸਾ ਬਣਾਇਆ ਜਾਂਦਾ. ਉਹਨਾਂ ਦੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਫੇਲੀਅਰ ਆਉਂਦੇ, ਬਹੁਤ ਸਾਰੀਆਂ ਫਰਸਟ੍ਰੇਸ਼ਨਸ ਆਉਂਦੀਆਂ, ਅਤੇ ਉਹਦੇ 'ਚੋਂ ਰੋਂਦੇ ਕੁਰਲਾਉਂਦੇ. ਇਹ ਸਾਰਾ ਪ੍ਰੋਸੈਸ ਜਿਹੜਾ ਆ ਉਹਨਾਂ ਨੂੰ ਚੰਗੇ ਮਨੁੱਖ ਬਣਾਉਂਦਾ ਹੈ. ਜੇ ਇਸ ਲੈਵਲ 'ਤੇ ਨਹੀਂ ਕੀਤਾ ਜਾਏਗਾ, ਜਿਹੜੇ ਚੰਗੇ ਮਨੁੱਖ ਬਣਨ ਦੀ ਉਹਨਾਂ 'ਚ ਜਿਹੜੀ ਐਬਿਲਿਟੀ ਹੈ, ਉਹ ਸ਼ਾਇਦ ਅਸੀਂ ਨਹੀਂ ਉਹਨੂੰ ਉਸ ਲੈਵਲ 'ਤੇ ਅਵੇਲ ਕਰਨ 'ਚ ਹੈਲਪ ਕਰ ਪਾਵਾਂਗੇ. ਸੋ ਵਿਪਤਾ, ਮੁਸੀਬਤ, ਮੁਸ਼ਕਲ, ਰੁਦਨ, ਇਹ ਸਭ ਚੀਜ਼ਾਂ ਨਾਲ ਨਾਲ ਚੱਲਣੀਆਂ ਚਾਹੀਦੀਆਂ. ਗੁਰੂ ਬਾਬਾ ਜੀ ਬਿਆਨ ਕਰਦੇ ਕਿ ਭਾਈ ਜਿਹੜਾ ਸੁੱਖ ਹੋਵਾ ਸਭ ਥਾਈਂ, ਹਰ ਕੋਈ ਸਿਚੁਏਸ਼ਨ, ਕੋਈ ਹਾਲਾਤ ਹੋਏ, ਉਹਦੇ ਵਿੱਚ ਹੀ ਸੁੱਖ ਆ, ਉਹਦੇ ਵਿੱਚ ਹੀ ਚੜ੍ਹਦੀ ਕਲਾ ਦਾ ਕਨਸੈਪਟ ਆ, ਉਹਦੇ ਵਿੱਚ ਹੀ ਹਾਈ ਸਪਿਰਿਟ ਬੰਦਾ ਇੰਜੋਏ ਕਰ ਸਕਦਾ ਹੈ. ਮੈਂ ਰਹੀਮ ਜੀ ਦੀ ਬਾਤ ਕਰ ਰਿਹਾ, ਉਹ ਕਹਿੰਦੇ ਰਹੀਮਨ ਵਿਪਤਨ ਹੂੰ ਭਲੀ, ਜੋ ਥੋੜੇ ਦਿਨ ਹੋਏ. ਕਿਉਂ ਰਹੀਮੀ ਜੀ, ਕਾਹਦੇ ਲਈ? ਵਿਪਤਾ ਤੇ ਆਉਣੀ ਨਹੀਂ ਚਾਹੀਦੀ, ਥੋੜੇ ਦਿਨਾਂ ਦੀ ਕਾਸ ਲਈ ਆਵੇ. ਕਹਿੰਦੇ ਨਹੀਂ ਨਹੀਂ, ਹਿਤ ਅਨਹਿਤ ਇਸ ਜਗਤ ਮੈਂ ਜਾਣ ਲੇਤ ਸਭ ਕੋਏ. ਹਿਤ ਅਨਹਿਤ, ਕੀ ਮੇਰੇ ਹਿੱਤ ਵਿੱਚ ਹੈ, ਕੀ ਮੇਰੇ ਅਨਹਿਤ ਵਿੱਚ ਹੈ, ਕਿਹੜਾ ਮੇਰੇ ਹਿੱਤ ਵਿੱਚ ਹੈ, ਕਿਹੜਾ ਮੇਰੇ ਅਨਹਿਤ ਵਿੱਚ ਹੈ, ਮਿੱਤਰ ਕੌਣ ਹੈ, ਕੌਣ ਮੇਰਾ ਮਿੱਤਰ ਨਹੀਂ ਹੈਗਾ, ਕਿਹੜੀ ਚੀਜ਼ ਮੇਰੇ ਲਈ ਜ਼ਰੂਰੀ ਹੈ, ਕਿਹੜੀ ਚੀਜ਼ ਜ਼ਰੂਰੀ ਨਹੀਂ. ਜਿਵੇਂ ਆਪਨੇ ਜ਼ਰੂਰ ਸਟੋਰੀ ਕਦੀ ਪੜ੍ਹੀ ਹੋਣੀ ਹੈ, ਆਲ ਗਲਾਈਡਰਸ ਆਰ ਨੋਟ ਗੋਲਡ. ਮੈਂ ਵੀ ਪੜ੍ਹੀ ਕਹਾਣੀ, ਉਹ ਸਕੂਲੀ ਟਾਈਮ ਦੇ 'ਚ ਪੜ੍ਹੀ ਹੈਗੀ ਹੈ.
ਤੇ ਉਹਦੇ 'ਚ ਉਹ ਕਹਾਣੀ ਦੇ 'ਚ ਕਹਿੰਦੇ ਨੇ ਕਿ ਉਹ 12 ਸਿੰਘਾਂ ਹੁੰਦਾ ਹੈ ਤੇ ਉਹ ਪਾਣੀ ਦੇ ਕੰਢੇ ਜਾਂਦਾ ਪਾਣੀ ਪੀਣ ਵਾਸਤੇ। ਤੇ ਜਦੋਂ ਆਪਣੇ ਸਿੰਘਾਂ ਵੱਲ ਦੇਖਦਾ ਤੇ ਕਹਿੰਦਾ ਵਾਹ ਵਾਹ ਕਮਾਲ ਹੈ, ਕਿਆ ਕਮਾਲ ਦੀ ਮਤਲਬ ਚੀਜ਼ ਬਣੀ ਹੈ, ਵਿੰਗੇ ਟਿੰਗੇ ਇਸ ਰੂਪ ਦੇ ਵਿੱਚ ਸਾਰਾ ਵੇਖ ਕੇ। ਖੈਰ ਪਾਣੀ ਪੀਂਦਿਆਂ ਪੀਂਦਿਆਂ ਨਜ਼ਰ ਆਪਣੇ ਖੁਰਾਂ ਵੱਲ ਤੇ ਆਪਣੀਆਂ ਲੱਤਾਂ ਵੱਲ ਪੈਂਦੀ ਹੈ ਤੇ ਕਹਿੰਦਾ ਓਹੋ ਮਿੱਟੀ ਨਾਲ ਲਿਬੜੇ ਹੋਏ ਖੁਰ, ਲੱਤਾਂ ਦੇ ਉੱਤੇ ਸਾਰਾ ਮਤਲਬ ਕਿਸ ਤਰ੍ਹਾਂ ਦੇ ਉਹਨੂੰ ਸਾਰੀ ਸ਼ੇਪ ਆ ਉਹਦੀ। ਉਹ ਕਹਿੰਦਾ ਰੱਬਾ ਕਿੰਨੇ ਸੋਹਣੇ ਸਿੰਘ ਬਣਾਏ ਤੂੰ, ਕਿੰਨੇ ਸੋਹਣਾ ਮੇਰੀ ਜਿਹੜੀ ਹੈ ਮੱਥਾ ਬਣਾਇਆ, ਸ਼ਕਲ ਬਣਾਈ, ਤੇ ਆਹ ਦੇਖ ਕੀ ਕਰ ਦਿੱਤਾ ਈ। ਲੱਤਾਂ ਐਵੇਂ ਦੀਆਂ ਹੁੰਦੀਆਂ ਨੇ, ਖੁਰ ਐਵੇਂ ਦੇ ਹੁੰਦੇ ਨੇ। ਇਹ ਜੇ ਸੋਚ ਹੀ ਰਿਹਾ ਹੁੰਦਾ ਤੇ ਉਹ ਸ਼ਿਕਾਰੀ ਕੁੱਤੇ ਆ ਜਾਂਦੇ ਨੇ। ਫਿਰ ਇੱਕਦਮ ਦੌੜਦਾ। ਜਿਨ੍ਹਾਂ ਲੱਤਾਂ ਨੂੰ ਨਿੰਦਰਿਆ ਸੀ, ਜਿਨ੍ਹਾਂ ਲੱਤਾਂ ਦੇ ਉੱਤੇ ਜਿਹੜਾ ਹੈਗਾ ਬਿਲਕੁਲ ਉਹਨੂੰ ਦੁੱਖ ਹੋ ਰਿਹਾ ਸੀਗਾ, ਉਹੀ ਹੈਲਪ ਕਰ ਰਹੀਆਂ ਉਹਦੀ, ਉਹੀ ਖੁਰ ਨੂੰ ਉਹਨਾਂ ਤੋਂ ਬਚਾ ਰਹੇ। ਤੇ ਭੱਜਦਿਆਂ ਜਿਨ੍ਹਾਂ ਸਿੰਘਾਂ ਤੇ ਮਾਣ ਕਰ ਰਿਹਾ ਸੀਗਾ, ਉਹ ਸਿੰਘ ਝਾੜ 'ਚ ਫਸ ਜਾਂਦੇ ਜਾ ਕੇ। ਤੇ ਅਲਟੀਮੇਟਲੀ ਕੁੱਤੇ ਉਹਨੂੰ ਪਾੜ ਕੇ ਖਾ ਜਾਂਦੇ। ਹਕੀਕੀ ਬਾਤ ਇਹ ਹੈ, ਹਿਤ ਅਨਹਿਤ ਇਸ ਜਗਤ ਮੈਂ, ਜਿਨ੍ਹਾਂ ਚੀਜ਼ਾਂ ਨੂੰ ਬੰਦਾ ਕੰਫਰਟ ਸਮਝ ਰਿਹਾ ਵੀ ਇਹ ਚੀਜ਼ਾਂ ਤੇ ਬੜੀਆਂ ਵਧੀਆ ਨੇ, ਬੜੀਆਂ ਪਿਆਰੀਆਂ ਨੇ, ਜੇ ਮੇਰੇ ਕੋਲ ਇਹ ਚੀਜ਼ ਨਾ ਹੋਈ ਤੇ ਮੈਂ ਤੇ ਮਰ ਜਾਵਾਂਗਾ। ਜਿਵੇਂ ਵਿਲਾਸਤੀ ਚੀਜ਼ਾਂ ਨੇ, ਮਤਲਬ ਮਹਿੰਗੀਆਂ ਗੱਡੀਆਂ, ਕਾਰਾਂ, ਫੋਨ, ਇਹਨਾਂ ਨੂੰ ਸੁੱਖ ਬੰਦਾ ਮੋਸਟਲੀ ਸਮਝਦਾ ਆ। ਮੇਰਾ ਰਹਿਣ ਸਹਿਣ ਖਾਣ ਪਾਣ ਜਿੰਨਾ ਉੱਚਾ ਹੁੰਦਾ ਲੱਗਾ ਜਾਏਗਾ, ਉਨਾ ਹੀ ਜਿਹੜਾ ਆ ਮੈਂ ਸੁਖੀ ਹੋ ਜਾਵਾਂਗਾ। ਹਾਲਾਂਕਿ ਅੱਜ ਦੇ ਮਾਹੌਲ ਵਿੱਚ ਰਹਿੰਦਿਆਂ ਹੋਇਆਂ ਅਸੀਂ ਲੋਕ ਇਹੋ ਜਿਹੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਹੋਰ ਜਗ੍ਹਾ ਤੇ ਸ਼ੇਅਰ ਵੀ ਬਥੇਰੀਆਂ ਕਰਦੇ ਹਾਂ, ਸਿੰਪਲ ਲਿਵਿੰਗ, ਹਾਈ ਥਿੰਕਿੰਗ, ਪਰ ਉਹ ਚੀਜ਼ ਬੰਦੇ ਦੇ ਨੇੜੇ ਵੀ ਨਹੀਂ ਲੰਘ ਰਹੀ ਉਸ ਰੂਪ ਦੇ ਅੰਦਰ। ਬਾਬਾ ਜੀ ਬਿਆਨ ਕਰਦੇ ਸਟੇਟ ਆਫ ਮਾइंड ਐਸੀ ਹੋਏ ਜੈਸੀ ਮਰਜੀ ਅਵਸਥਾ ਆ। ਜਿਹਨੂੰ ਸਾਹਿਬ ਨੇ ਕਿਹਾ ਜੋ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਤੇ ਆਏ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੂਖ ਮਨਾਏ। ਮਤਲਬ ਇਹਦੇ ਧੁੱਪ ਛਾਂ ਵਰਗਾ ਰਿਸ਼ਤਾ ਆ ਦੁੱਖ ਸੁੱਖ ਦਾ। ਕਦੀ ਕੁਝ ਵੱਧ ਹੋ ਗਿਆ, ਕਦੀ ਕੁਝ ਘੱਟ ਹੋ ਗਿਆ, ਭਾਵੇਂ ਜਿਸ ਮਰਜੀ ਹਾਲਾਤ ਵਿੱਚੋਂ ਬੰਦਾ ਹੋਏ, ਸੁੱਖ ਹੋਵਾ ਸਭ ਥਾਈਂ, ਹਰ ਇੱਕ ਜਗ੍ਹਾ ਦੇ ਉੱਤੇ ਉਸ ਲੈਵਲ ਤੇ ਸੁੱਖ ਦੀ ਆਭਾ ਹੋਏ। ਤੇ ਇਹ ਸੁੱਖ ਦੀ ਆਭਾ ਕੁਝ ਹੋਰ ਨਹੀਂ ਗਈ, ਇਹ ਸੁੱਖ ਦੀ ਆਭਾ ਹੈ ਕਰਤਾਰ ਦੀ ਯਾਦ, ਵਾਹਿਗੁਰੂ ਦੇ ਅਹਿਸਾਸ ਵਿੱਚ ਰਹਿਣਾ, ਹਮੇਸ਼ਾ ਇਹ ਸੋਚਣਾ ਮਾਲਕ ਤੂੰ ਅੰਗ ਸੰਗ ਹੈ, ਤੇਰਾ ਬਣਾਇਆ ਜੀਵਨ ਆ, ਮੈਂ ਮਾਣ ਰਿਹਾ। ਸੁਰਤ ਹੋਰ ਕਿਤੇ ਨਾ ਗਵਾਚੇ, ਜਾਵੇ ਤੇ ਤੇਰੇ ਦੇਸ਼ ਜਾਵੇ, ਜਾਵੇ ਤੇ ਤੇਰੇ ਨਾਲ ਹੀ ਸਾਂਝ ਪਾਵੇ। ਇਹ ਅਹਿਸਾਸ ਸੁੱਖ ਹੋਵਾ ਸਭ ਥਾਈਂ ਹੈ। ਆਲਾ ਦੁਆਲਾ ਬਦਲ ਜਾਏ, ਮਾਹੌਲ ਬਦਲ ਜਾਏ, ਸਮਾਂ ਬਦਲ ਜਾਏ, ਵਕਤ ਬਦਲ ਜਾਏ, ਜੀਵਨ ਦੇ ਸਾਧਨ ਸੰਸਾਧਨ ਬਦਲ ਜਾਣ, ਪਰ ਬੰਦੇ ਦਾ ਮਨ ਮੰਡਲ ਉੱਥੇ ਹੀ ਰਵੇ ਜਿਸ ਜਗ੍ਹਾ ਤੋਂ ਰਹਿਣਾ ਚਾਹੀਦਾ ਹੈਗਾ। ਉਸ ਰੂਪ ਵਿੱਚ ਕਿਹਾ ਗਿਆ ਸੰਤੋ ਸੁਖ ਹੋਵਾ ਸਭ ਥਾਈਂ, ਕਿਆ ਪਾਰ ਬ੍ਰਹਮ ਪੂਰਨ ਪਰਮੇਸ਼ਰ। ਪਾਰ ਬ੍ਰਹਮ ਗੁਰਬਾਣੀ ਦੇ ਵਿੱਚ, ਗੁਰਬਾਣੀ ਨੂੰ ਵੈਸੇ ਬੜੇ ਵੱਖਰੇ ਵੱਖਰੇ ਨਾਵਾਂ ਨਾਲ ਬੁਲਾਇਆ ਗਿਆ। ਮੈਂ ਇੰਡੀਅਨ ਯੂਨੀਵਰਸਿਟੀ ਪੜ੍ਹਦਿਆਂ ਹੋਇਆਂ ਆਪਣੇ ਹੱਥਾਂ ਨਾਲ ਇਹ ਚੀਜ਼ਾਂ ਲਿਖੀਆਂ ਨੇ। ਗੁਰਬਾਣੀ ਪੰਜਵਾਂ ਵੇਦ ਹੈ, ਬਿਕੋਜ਼ that was the demand of syllabus and we were student, we were just following whatever they were saying it। ਇਹ ਚੀਜ਼ਾਂ ਪੜ੍ਹੀਆਂ। ਉਹ ਤੇ ਮੁੜ ਕੇ ਐਸਾ ਹੋਇਆ ਕਿ ਕੁਝ ਅਕਾਲ ਪੁਰਖ ਵਾਹਿਗੁਰੂ ਦਾ ਵੱਡਾ ਹੁਕਮ ਹੁੰਦਾ, ਗੁਰਮਤਿ ਇੰਸਟੀਟਿਊਸ਼ਨਸ ਚਲੇ ਗਏ, ਉੱਥੇ ਗੁਰਮੁਖਾਂ ਦੀ ਸੰਗਤ ਮਿਲੀ, ਉਹਨਾਂ ਸਮਝਾਇਆ ਚੀਜ਼ਾਂ ਨੂੰ ਸਹੀ ਪਰਸਪੈਕਟਿਵ ਵਿੱਚ ਸਮਝੋ। ਸਾਰਾ ਵਿਦਾਂਤਿਕ ਫਲਸਫਾ ਜਿਹੜਾ ਆ ਉਹ ਮਾਇਆ ਤੇ ਬ੍ਰਹਮ ਦੀ ਗੱਲ ਕਰਦਾ ਹੈ। ਇੱਕ ਪਾਸੇ ਮਾਇਆ, ਇੱਕ ਪਾਸੇ ਬ੍ਰਹਮ, ਇਹਦੇ ਵਿੱਚ ਹੀ ਚੱਲਦਾ। ਸਾਰੀ ਬਾਣੀ ਪਾਰ ਬ੍ਰਹਮ ਦੀ ਗੱਲ ਕਰਦੀ, ਮਤਲਬ ਉਸ ਕੌਨਸੈਪਟ ਤੋਂ ਹੀ ਪਰੇ ਦੀ ਗੱਲ ਆ। ਜਿਹੜਾ ਕੌਨਸੈਪਟ ਜਾਤੀਵਾਦੀ ਸਮਾਜ ਸਿਰਜਣਾ ਚਾਹੁੰਦਾ ਹੈ, ਜਿਹੜਾ ਕੌਨਸੈਪਟ ਊਚ ਨੀਚ ਬਣਾਉਣਾ ਚਾਹੁੰਦਾ ਹੈ, ਜਿਹੜਾ ਕੌਨਸੈਪਟ ਇੱਕ ਖਾਸ ਜਗ੍ਹਾ 'ਤੇ ਆ, ਇੱਕ ਖਾਸ ਜਾਤ ਵਿੱਚ, ਇੱਕ ਖਾਸ ਪਰਿਵਾਰ 'ਚ ਜਨਮ ਲੈਣ ਵਾਲੇ ਲੋਕਾਂ ਨੂੰ ਇੱਥੇ ਤੇ ਦੂਸਰਿਆਂ ਨੂੰ ਇੱਥੇ ਬਿਠਾਉਣਾ ਚਾਹੁੰਦਾ ਹੈ। ਤੇ ਦੂਸਰੇ ਪਾਸੇ ਇੱਕ ਉਹ ਧਾਰਾ, ਇੱਕ ਐਸੀ ਰਾਏ ਜਿਹੜੀ ਇਹ ਕਹਿੰਦੀ ਹੈ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌਂ ਵਰਨਾ ਕੋ ਸਾਂਝਾ, ਜਿਹਦੀ ਜਿਹੜੀ ਬੇਸਿਕ ਚੀਜ਼ ਓੰਕਾਰ ਆ। ਮਤਲਬ
ਉਹ ਹਸਤੀ ਜਿਹੜੀ ਜ਼ਰਰੇ ਜ਼ਰਰੇ 'ਚ ਮੌਜੂਦ ਆ, ਜਿਹਦੇ 'ਚ ਰੱਬ ਦੀ ਧਾਰਾ ਇੱਥੋਂ ਸਮਝਣੀ ਪਏਗੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਹੁਣ ਜਿਹਦੀ ਧਾਰਾ 'ਚ ਇਸ ਕਿਸਮ ਦੀ ਬਾਤ ਆ ਰਹੀ ਹੈ, ਭਾਈ ਉਸ ਨੂੰ ਤੁਸੀਂ ਕਿਸੇ ਹੋਰ ਚੀਜ਼ ਨਾਲ ਕਿਉਂ ਮੈਚ ਕਰਨ ਦੀ ਟਰਾਈ ਕਰ ਰਹੇ ਹੋ? ਇਹ ਮਿਸਮੈਚ ਆ। ਇਹ ਰਚਨਾ ਇਹ ਬਿਆਨ ਕਰਦੀ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਭਾਈ ਸਭ ਦੇ ਵਿੱਚ ਤੇਰੀ ਹੀ ਧਾਰਾ ਮੌਜੂਦ ਆ। ਸੋ ਉਹ ਹੈ ਪਾਰ ਬ੍ਰਹਮ, ਜੋ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ, ਜੋ ਜਿਹਨੂੰ ਗੁਰੂ ਸਾਹਿਬ ਕਹਿੰਦੇ ਆਪੇ ਨੇੜਾ ਦੂਰ ਆਪੇ ਹੀ, ਆਪੇ ਮੰਝ ਮਿਆਨੋ। ਕੋਈ ਕਹਿੰਦਾ ਰੱਬ ਨਾ ਇੱਥੇ ਨਹੀਂ ਰਹਿੰਦਾ, ਸੱਤਵੇਂ ਅਸਮਾਨ ਤੇ ਰਹਿੰਦਾ। ਕੋਈ ਕਹਿੰਦਾ ਨਹੀਂ ਨਹੀਂ ਨਹੀਂ, ਰੱਬ ਇੱਥੇ ਰਹਿੰਦਾ। ਕੋਈ ਕਹਿੰਦਾ ਨਹੀਂ ਨਹੀਂ, ਸੱਤਵੇਂ ਅਸਮਾਨ ਤੇ ਇੱਥੇ ਦੋਨਾਂ ਦੇ ਵਿਚਕਾਰ ਕਿਤੇ ਰਹਿੰਦਾ ਆ, ਇਹ ਸਟੇਟ ਐਸੀ ਜਗ੍ਹਾ ਆ। ਬਾਬਾ ਜੀ ਕਹਿੰਦੇ ਉਹ ਸਭ ਥਾਂ ਤੇ ਹੀ ਹੈ, ਉਹ ਕਿੱਥੇ ਨਹੀਂ ਹੈਗਾ। ਹਰ ਆਭਾ ਦੇ ਵਿੱਚ ਉਹਦੀ ਆਭਾ ਮੌਜੂਦ ਆ। ਸੋ ਇਸ ਕਰਕੇ ਕਿਹਾ ਗਿਆ ਉਹ ਪਾਰ ਬ੍ਰਹਮ ਆ। ਉਹਦੇ ਬਾਬਤ ਅਸੀਂ ਇੰਨਾ ਕੀ ਆਈਡੀਆ ਲਗਾ ਸਕਦੇ ਹੈਗੇ ਆ, ਜਿਹਨੂੰ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ 'ਚ ਅਸੀਂ ਪੜ੍ਹਦੇ ਹਾਂ, ਬੇਸ਼ੁਮਾਰ ਅਥਾਹ ਅਗਨਤ ਅਤੁੱਲ ਹੈ। ਉਹਦਾ ਸ਼ੁਮਾਰ ਕੋਈ ਨਹੀਂ, ਉਹਦੀ ਗਿਣਤੀ ਕੋਈ ਨਹੀਂ, ਉਹਨੂੰ ਕੋਈ ਨਾਪਣ ਤੋਲਣ ਵਾਲਾ ਸਾਧਨ ਕੋਈ ਨਹੀਂਗਾ। ਕਿਤੇ ਅਧਿਆਤਮੀ ਤਲ ਦੇ ਉੱਤੇ ਪੁਗੀਆਂ ਹੋਈਆਂ ਰੂਹਾਂ, ਬਾਬਾ ਕਬੀਰ ਸਰੀਖੀਆਂ ਰੂਹਾਂ, ਉਹਨਾਂ ਨੂੰ ਪੜ੍ਹਦੇ ਹਾਂ ਤੇ ਉਹ ਬਿਆਨ ਕਰਦੇ ਨੇ ਵੀ ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਮਤ ਖੋਲ, ਕਿਉਂ ਨਹਿ ਪਟਣ ਨਹਿ ਪਾਰਖੂ ਨਹਿ ਗਾਹਕ ਨਹਿ ਮੋਲ। ਪਾਰ ਬ੍ਰਹਮ ਹੈ ਉਹ, ਉਹਦੀਆਂ ਕੋਈ ਮੰਡੀਆਂ ਨਹੀਂ ਗਈਆਂ, ਉਹਦੇ ਕੋਈ ਪੱਟਣ ਨਹੀਂ ਗਏ। ਸੱਚਾਈ ਇਹ ਹੈ ਉਸ ਲੈਵਲ ਦੇ ਗਾਹਕ ਵੀ ਨਹੀਂ ਹੈਗੇ, ਕਿਉਂਕਿ ਬੰਦਾ ਧਰਤੀ ਦੇ ਉੱਤੇ ਵਿਚਰਦਿਆਂ ਹੋਇਆਂ ਹਰ ਚੀਜ਼ ਨੂੰ ਆਪਣੀ ਸੋਚ ਮੁਤਾਬਕ ਆਪਣੀ ਸ਼ੇਪ 'ਚ ਢਾਲ ਕੇ ਵੇਖਣਾ ਚਾਹੁੰਦਾ ਆ। ਜੇ ਗੁਰੂ ਨਾਨਕ ਸਾਹਿਬ ਤੋਂ ਪੁੱਛ ਕੇ ਰੱਬ ਦੀ ਮੂਰਤੀ ਬਣਾਓਗੇ, ਮਤਲਬ ਨਾ ਅਸੀਂ ਤੇ ਅਕਾਲ ਮੂਰਤ ਦੀ ਪ੍ਰਸਤਗੀ 'ਚ ਹੈਗੇ ਹਾਂ, ਪਰ ਬੰਦਾ ਕਹਿੰਦਾ ਨਹੀਂ ਨਹੀਂ, ਕੋਈ ਨਾ ਕੋਈ ਸ਼ਕਲ ਤੇ ਬਣਾਉਣੀ ਚਾਹੀਦੀ ਹੈ। ਰੱਬ ਦੀ ਸ਼ਕਲ ਕੁਛ ਨਾ ਕੁਛ ਤੇ ਹੋਏਗੀ। ਗੁਰੂ ਨਾਨਕ ਸਾਹਿਬ ਤੋਂ ਪੁੱਛ ਕੇ ਸ਼ੇ ਉਹਦੀ ਸ਼ਕਲ ਬਣਾਈਏ ਤੇ ਕੈਸੀ ਸ਼ਕਲ ਬਣੇਗੀ? ਮਹਾਰਾਜ ਜੀ ਦਾ ਸੇਮ ਜਿਹੜਾ ਜੀ ਹੁਣ ਸ਼ਬਦ ਸੀ ਆਰਤੀ ਦਾ ਕਹਿ ਰਹੇ ਸੀਗੇ, ਸਾਹਿਬ ਕਹਿੰਦੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਇਹ ਜਗਤ ਦੇ ਨਾਥ ਦੀ ਮੂਰਤੀ ਹੈ, ਬਣਾਓ। ਕਿਵੇਂ ਬਣਾਓਗੇ? ਇਹ ਪਾਰ ਬ੍ਰਹਮ ਆ। ਚਲੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛ ਲਈਏ, ਮਹਾਰਾਜ ਤੁਸੀਂ ਹੈਲਪ ਕਰ ਦਿਓ, ਤੁਸੀਂ 10ਵਾਂ ਰੂਪ ਹੋ, ਤੁਸੀਂ ਇੰਨੀ ਮਦਦ ਕੀਤੀ ਹੈ, ਖਾਲਸੇ ਦੀ ਸਿਰਜਣਾ ਕਰ ਦਿੱਤੀ ਤੁਸੀਂ, ਸਾਡੀ ਥੋੜ੍ਹੀ ਇੰਨੀ ਮਦਦ ਹੀ ਕਰ ਦਿਓ ਕਿ ਜਿਸ ਰੱਬ ਨੂੰ ਅਸੀਂ ਪੂਜਣਾ ਚਾਹੁੰਦੇ ਹਾਂ, ਜਿਹਦੀ ਅਕਾਲ ਪ੍ਰਸਤਗੀ ਤੁਸੀਂ ਲੈ ਕੇ ਗਏ ਹੋ, ਉਹਦੀ ਕੋਈ ਮੂਰਤੀ ਬਣਾ ਲਈਏ। ਤੇ ਮੂਰਤੀ ਕਿਵੇਂ ਬਣਦੀ ਹੈ ਉਹਦੀ? ਅਸੀਂ ਪੜ੍ਹਦੇ ਹਾਂ ਸ਼ਬਦ, ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜੇ। ਆਹ ਮੂਰਤੀ ਹੈ ਉਹਦੀ। ਧਰਤੀ ਦਾ ਕੋਈ ਸ਼ੇਪ, ਕੋਈ ਸ਼ਕਲ ਸੂਰਤ, ਕੋਈ ਚੱਕਰ ਚਿਹਨ ਉਹਦੇ ਉੱਤੇ ਆਰੋਪਿਤ ਨਹੀਂ ਹੁੰਦਾ। ਉਹ ਸਭ ਵਿੱਚ ਮੌਜੂਦ ਹੋ ਕੇ ਸਭ ਤੋਂ ਨਿਰਲੇਪ ਹੈ। ਉਹ ਹੈ ਪਾਰ ਬ੍ਰਹਮ, ਜਿਸ ਨੂੰ ਕਿਸੇ ਖਾਸ ਧਾਰਾ ਫਲਸਫੇ ਦਾ ਵੀ ਜਿਹੜਾ ਆ ਤੁਸੀਂ ਉਸ ਸਟਰਕਚਰ 'ਚ ਵੀ ਪਾ ਕੇ ਨਹੀਂ ਵੇਖ ਸਕਦੇ। ਮੈਂ ਕਹਿੰਦਾ ਧਾਨੀ ਹੈ ਵੈਸੇ, ਮੱਥਾ ਹੀ ਟੇਕਣਾ ਬਣਦਾ, ਹੋਰ ਤੇ ਕੁਛ ਬਚਦਾ ਹੀ ਨਹੀਂ ਪਿੱਛੇ ਬੰਦੇ ਦੇ। ਜਦੋਂ ਇਹ ਸ਼ਬਦ ਨੂੰ ਤੁਸੀਂ ਪੜ੍ਹ ਲੈਂਦੇ ਹੋ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ। ਦਿਸ ਇਜ਼ ਦਾ ਰੀਅਲ ਡੈਫੀਨੇਸ਼ਨ ਆਫ ਪਾਰ ਬ੍ਰਹਮ। ਜਿਸ ਹਸਤੀ ਨੂੰ ਮੈਂ ਕਿਸੇ ਮੈਜਰਮੈਂਟ 'ਚ ਤੋਲ ਨਹੀਂ ਸਕਦਾ, ਨਾਪ ਨਹੀਂ ਸਕਦਾ, ਕਿਸੇ ਰੰਗ 'ਚ ਨਹੀਂ ਲਿਆ ਸਕਦਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ। ਤੇ ਮੇਰਾ ਤੇ ਉਹਦਾ ਰਿਸ਼ਤਾ ਵੀ ਇਤਨਾ ਕੀ ਹੈ, ਬਸ ਜੋ ਤਿਸ ਭਾਵੈ ਨਾਨਕਾ, ਆਈ ਡੋਂਟ ਹੈਵ ਐਨੀ ਅਦਰ ਵਿਸ਼ ਐਟ ਆਲ। ਇਹ ਜਿਹੜਾ ਰੂਪ ਆ, ਇਹ ਹੈ ਪਾਰ ਬ੍ਰਹਮ ਦੀ ਅਕਾਲ ਮੂਰਤ ਦੀ ਪ੍ਰਸਤਗੀ। ਸੋ ਇਹ ਰਚਨਾ, ਹਾਂ ਇਹਦੇ ਤੇ ਇੱਕ ਲਫ਼ਜ਼ ਜਿਹੜਾ ਹੈਗਾ ਇਸ ਗੁਰਬਾਣੀ ਰਚਨਾ ਦੇ ਉੱਤੇ, ਇਸ ਨੂੰ ਪੰਜਵਾਂ ਵੇਦ ਤੇ ਨਹੀਂ ਕਿਹਾ ਜਾ ਸਕਦਾ, ਹਾਂ ਇਸ ਨੂੰ ਲੋਕ ਵੇਦ ਕਿਹਾ ਜਾ ਸਕਦਾ ਆ। ਇਹ ਬ੍ਰਹਮ ਵੇਦ ਨਹੀਂਗਾ, ਇਹ ਕਿਸੇ ਖਾਸ ਐਲੀਟ ਦਾ ਗਿਆਨ ਜਾਂ ਉਹਦੀ ਧਾਰਾ ਨਹੀਂ ਗੀ ਨਾ, ਇਹ ਤੇ ਲੋਕਾਂ ਦੀ ਹੈ। ਲੋਕਾਂ ਦੇ ਵਿੱਚੋਂ ਆਈਆਂ ਹੋਈਆਂ ਰੂਹਾਂ ਨੇ ਲੋਕ ਧਾਰਾ ਨੂੰ, ਲੋਕ ਜਿਹੜਾ ਹੈਗਾ ਮੁਹਾਜ ਨੂੰ ਸੁਰਜੀਤ ਕਰਨ ਵਾਸਤੇ ਰਚਨਾ ਰਚੀ। ਸੋ ਇਹ ਖਾਸੀਅਤ ਹੈ ਇਹਦੀ। ਬਾਕੀ ਪਾਰ ਬ੍ਰਹਮ, ਅਗਲਾ ਸ਼ਬਦ ਸੀਗਾ
ਪੂਰਨ ਪਰਮੇਸ਼ਰ, ਪਰਮ ਈਸ਼ਵਰ ਸ਼ਬਦ ਆ, ਸੁਪੀਰੀਅਰ ਆਲਮਾਈਟੀ। ਹੁਣ ਉਹਦੇ 'ਚ ਇਹ ਹੈ ਕਿ ਮਨੁੱਖ ਜਿਹੜਾ ਕਹਿੰਦਾ ਕਿ ਮੈਂ ਬਹੁਤ ਕੁਝ ਕਰਨਾ ਹੈ, ਮੈਂ ਬਹੁਤ ਕੁਝ ਕਰ ਦਿੱਤਾ, ਮੈਂ ਬਹੁਤ ਕੁਝ ਕਰਾਂਗਾ, ਹਕੀਕਤ ਇਹ ਹੈ ਕਰਤਾਰੀ ਖੇਡ ਹੈ ਸਾਰੀ। ਇਹ ਐਨਰਜੀ ਹੈ ਬੰਦੇ ਦੇ ਵਿੱਚ, ਅਤੇ ਇਹ ਐਨਰਜੀ ਕਿਸੇ ਵੱਡੀ ਫੋਰਸ ਦੇ ਹੱਥ 'ਚ ਹੈ। ਮੈਂ ਬੋਲ ਰਿਹਾ, ਮੈਂ ਤੁਹਾਨੂੰ ਸੁਣਾ ਰਿਹਾ, ਤੁਸੀਂ ਸੁਣ ਰਹੇ ਹੋ, ਸਭ ਚੀਜ਼ਾਂ ਹੋ ਰਹੀਆਂ ਨੇ, ਪਰ ਰਿਐਲਿਟੀ ਦੇ ਵਿੱਚ ਕੋਈ ਕਰਤਾਰ ਪਿੱਛੇ ਕੁਝ ਤਰਬਾਂ ਖਿੱਚ ਰਿਹਾ ਤੇ ਹੋ ਰਿਹਾ। ਜੇ ਉਹ ਤਰਬ ਮਾੜੀ ਜਿਹੀ ਢਿੱਲੀ ਸੱਜੀ ਖੱਬੇ ਕਰਦੇ ਤੇ ਬੰਦਾ ਤੇ ਕੁਛ ਵੀ ਨਹੀਂ। ਅਤੇ ਕਈ ਵਾਰੀ ਬੇਨਤੀ ਕਰਦਾ, ਲਿਟਰਲੀ ਤੌਰ 'ਤੇ ਜਦੋਂ ਕਿਤੇ ਐਵੇਂ ਬੰਦੇ ਨੂੰ ਥੋੜ੍ਹਾ ਐਕਸਪੀਰੀਅੰਸ ਹੁੰਦਾ ਤੇ ਚੀਜ਼ਾਂ ਦਾ ਪਤਾ ਲੱਗਦਾ। ਇਹ ਜਿਹੜੀ ਚੀਜ਼ ਆ ਕਿ ਉਹ ਪਰਮ ਈਸ਼ਵਰੀ ਸਤਾ ਹੀ ਚਲਾ ਰਹੀ ਹੈ ਸਭ ਕੁਛ, ਉਹਦੇ ਵਿੱਚੋਂ ਹੀ ਸਭ ਕੁਝ ਆ ਰਿਹਾ, ਉਹਦੇ ਕਰਕੇ ਹੀ ਸਭ ਚੀਜ਼ਾਂ ਹੋ ਰਹੀਆਂ ਨੇ। ਇਹਨੂੰ ਤੁਸੀਂ ਕਈ ਲੈਵਲ 'ਤੇ ਐਕਸਪੀਰੀਅੰਸ ਕਰ ਸਕਦੇ ਹੋ। ਮੈਨੂੰ ਯਾਦ ਹੈ, ਮੈਂ ਅੱਗੇ ਵੀ ਸ਼ਾਇਦ ਸ਼ੇਅਰ ਕੀਤੀ ਹੋਈ ਬਾਤ, ਕਿ ਕੋਵਿਡ ਤੋਂ ਪਹਿਲਾਂ ਦੀ ਬਾਤ ਆ, ਮੈਂ ਤੇ ਇੱਕ ਮੇਰੇ ਬੜਾ ਪਿਆਰਾ ਇੱਥੇ ਸੱਜਣ ਹੈਗਾ, ਮਿੱਤਰ, ਅਸੀਂ ਵਰ ਕਮਿੰਗ ਫਰਮ ਟੂਵਰਡ ਦਾ ਮੌਂਟਰੀਅਲ ਸਾਈਡ। ਅਸੀਂ ਉਸ ਦਿਨ ਇੱਕ ਸਾਈਟ ਵਿਜ਼ਿਟ ਕਰਨ ਗਏ ਸੀ, ਪ੍ਰਿਜਨ ਦੀ, ਦੋਨੋਂ ਜਣੇ, ਅਤੇ ਹਾਈਵੇ 401 ਦੇ ਉੱਤੇ ਗੱਡੀ ਅਰਾਊਂਡ 125 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਚੱਲ ਰਹੀ ਹੈ। ਅਤੇ ਅਸੀਂ ਥੋੜ੍ਹੀ ਦੇਰ ਪਹਿਲਾਂ ਔਨ ਰੂਟ ਸਪੋਟ ਜਿਹੜਾ ਹੈਗਾ ਉੱਥੇ ਸਟੋਪ ਕਰਕੇ ਉੱਥੋਂ ਅਸੀਂ ਕੁਛ ਫੂਡ ਬਾਏ ਕੀਤਾ, ਚਾਏ ਅਤੇ ਬੇਗਲ ਵਗੈਰਾ ਅਸੀਂ ਬਾਏ ਕੀਤਾ, ਅਤੇ ਮੈਂ ਡਰਾਈਵ ਕਰ ਰਿਹਾ ਅਤੇ ਨਾਲ ਖਾ ਰਿਹਾ, ਜਿਵੇਂ ਆਮ ਕਰਕੇ ਹੁੰਦਾ ਸਾਡਾ ਲਾਈਫ ਸਟਾਈਲ ਇੱਥੇ ਜਿਵੇਂ ਦਾ ਹੈਗਾ। ਅਤੇ ਗੱਡੀ ਜਾ ਰਹੀ ਮਿਡਲ ਲੇਨ ਦੇ ਵਿੱਚ ਇੰਨੀ ਰਫਤਾਰ ਦੇ ਉੱਤੇ, ਤੇ ਠੀਕ ਹੈ ਜੀ। ਤਾਂ ਹੀ ਉਸਨੇ ਕੋਈ ਗੱਲ ਕੀਤੀ, ਫੂਡ ਮੇਰੇ ਮੂੰਹ 'ਚ ਆ, ਅਤੇ ਮੇਰਾ ਇੱਕਦਮ ਜਿਹੜਾ ਹੈਗਾ ਹਾਸਾ ਨਿਕਲਿਆ, ਅਤੇ ਜਿਹੜੀ ਸਾਹ ਵਾਲਾ ਪਾਰਟ ਹੁੰਦਾ ਵਿੱਚ ਉਹ ਕਿਤੇ ਓਪਨ ਹੋਇਆ, ਫੂਡ ਦਾ ਪੀਸ ਉਹਦੇ ਵਿੱਚ ਸਟਕ। I cannot breathe, I cannot talk, I cannot say what's going on, just for few seconds. ਹਾਈਵੇ 'ਤੇ ਗੱਡੀ ਪੂਰੀ ਸਪੀਡ 'ਤੇ ਜਾ ਰਹੀ ਹੈ, ਉਹਨੂੰ ਵੀ ਕੋਈ ਆਈਡੀਆ ਨਹੀਂ ਕੀ ਹੋਇਆ। I have no voice. ਇੱਕਦਮ ਮੇਰੀਆਂ ਅੱਖਾਂ 'ਚੋਂ ਪਾਣੀ ਆ ਰਿਹਾ, ਅਤੇ ਮੈਨੂੰ ਸਮਝ ਵੀ ਨਹੀਂ ਆ ਰਹੀ ਗੱਡੀ। ਬਾਏ ਚਾਂਸ ਕਿਤੇ ਕੁਦਰਤੀ ਖੇਡ ਹੋਈ, 2 ਵਾਰੀ ਇਸ ਤਰੀਕੇ ਨਾਲ ਆਇਆ, ਫੂਡ ਜਿਹੜਾ ਬਾਹਰ ਆ ਗਿਆ। ਉਹ ਕਹਿੰਦਾ ਭਾਈ ਸਾਹਿਬ ਕੀ ਹੋਇਆ? ਮੈਂ ਕਿਹਾ ਇੰਨੀ ਕੀ ਖੇਡੀ ਹੈ। ਬੰਦਾ ਵੱਡੀ ਤੋਂ ਵੱਡੀ ਤੋਪ ਬਲਾ ਪਤਾ ਨਹੀਂ ਕੀ ਕੁਝ ਸਮਝ ਕੇ ਬੈਠਾ ਹੋਏਗਾ, ਐਂਡ ਦਿਸ ਇਜ਼ ਜਸਟ ਏ ਟਾਈਨੀ ਮੂਵਮੈਂਟ। ਇਹੀ ਹੈ ਗੁਰੂ ਸਾਹਿਬ ਐਵੇਂ ਨਹੀਂ ਕਹਿੰਦੇ, ਜੈਸੇ ਜਲਤੇ ਬੁੱਧ ਬੁਦਾ। ਪਾਣੀ ਹੈ, ਪਾਣੀ 'ਚ ਹਵਾ ਪੈਂਦੀ, ਝੱਗ ਪੈਦਾ ਹੋ ਜਾਂਦੀ, ਤੇ ਜਿਵੇਂ ਹੀ ਝੱਗ ਪੈਦਾ ਹੁੰਦੀ ਪਾਣੀ ਤੋਂ ਉੱਚੀ ਹੋ ਜਾਂਦੀ ਉਹ, ਤੇ ਉਹ ਕਹਿੰਦੀ ਲੈ ਪਾਣੀ ਵੀ ਕੋਈ ਚੀਜ਼ ਆ, ਮੈਂ ਹੀ ਤੇ ਹਾਂ ਸਭ ਕੁਛ। ਜਿਹਨੂੰ ਸਾਹਿਬ ਨੇ ਕਿਹਾ ਕਿ ਜਿਵੇਂ ਪਾਣੀ ਹੈ, ਪਾਣੀ 'ਚ ਲਹਿਰਾਂ ਪੈਦਾ ਹੁੰਦੀਆਂ, ਤੇ ਉਹ ਜਦੋਂ ਤਰੰਗਾਂ ਪੈਦਾ ਹੁੰਦੀਆਂ ਤੇ ਉਹ ਤਰੰਗਾਂ ਕਹਿੰਦੀਆਂ ਲੈ ਸਮੁੰਦਰ ਕੀ ਹੈ, ਸਮੁੰਦਰ ਤੇ ਉਹ ਹੈ, ਅਸੀਂ ਕੰਢਿਆਂ ਤੇ ਉਹ ਉੱਥੇ ਛੂ ਛੂ ਕੇ ਆਉਂਦੀਆਂ, ਸਾਡੀ ਤਾਂ ਐਬਿਲਿਟੀ ਹੈ। ਹਕੀਕਤ ਕੀ ਹੈ? ਮਾੜੀ ਜੀ ਹਵਾ ਰੁਕ ਜਾਏ, ਉੱਥੇ ਦਾ ਉੱਥੇ ਰਹਿ ਜਾਏਗਾ। ਸੋ ਇਹ ਸਾਰੀ ਖੇਡ ਹੀ ਹੈ। ਚਲਾਉਣ ਵਾਲਾ ਕੌਣ ਹੈ? ਪੂਰਨ ਪਰਮੇਸ਼ਰ, ਜਿਹੜਾ ਪਰਮ ਈਸ਼ਵਰੀ ਸਤਾ ਵਾਲਾ ਅਤੇ ਸੰਪੂਰਨ ਹੈ। ਬਾਬਾ ਜੀ ਕਹਿੰਦੇ ਸੁਰਤ ਇੱਥੇ ਰਹੇ ਇਹ ਮਹਾਂ ਸੁਖ ਹੈ, ਇਹ ਪਰਮ ਸੁਖ ਹੈ। ਸੁਰਤ ਇੱਥੋਂ ਇੱਧਰ ਸੱਜੇ ਖੱਬੇ ਹੋ ਜਾਏ ਦੁੱਖ ਹੈ। ਬਸ ਇਹੀ ਹੈ। ਬਾਕੀ ਤਾਂ ਸਿਚੁਏਸ਼ਨਸ ਨੇ, ਕਿਤੇ ਥੋੜ੍ਹੀਆਂ ਘੱਟ ਐਫਰਟ ਪਾ ਕੇ ਚੀਜ਼ਾਂ ਸਾਨੂੰ ਮਿਲ ਜਾਣਗੀਆਂ, ਕਿਤੇ ਵੱਧ ਐਫਰਟ ਪਾ ਕੇ ਮਿਲ ਜਾਣਗੀਆਂ। ਕਿਤੇ ਥੋੜ੍ਹਾ ਜਿਹਾ ਲੱਗੇਗਾ ਕਿ ਦੂਜਿਆਂ ਦੇ ਮੁਕਾਬਲੇ ਥੋੜ੍ਹਾ ਮੇਰੇ ਕੋਲ ਘੱਟ ਆ। ਪਾਨ ਖਾਣ ਨੂੰ ਤਾਂ ਨਹੀਂ ਕਹਿ ਸਕਦਾ ਮੈਂ ਕੈਨੇਡਾ 'ਚ, ਬੈਂਕ 'ਚ ਕਹਿ ਸਕਦਾ, ਕਿਉਂਕਿ ਪਾਨ ਖਾਣ ਨੂੰ ਤਾਂ ਸੇਮ ਹੀ ਸਟੋਰ ਨੇ, ਇੱਥੋਂ ਸਾਰੇ ਸ਼ੋਪਿੰਗ ਖਰੀਦਦਾਰੀ ਕਰਦੇ ਆ, ਹੋਰ ਕਿੱਥੇ ਜਾਣਾ। ਉਹੋ ਜਿਹੇ ਸਮਾਨ ਹੈ ਸਾਰਾ, ਉਹੋ ਜਿਹੇ ਸਾਰਾ ਹੁੰਦਾ। ਸਿਰਫ ਇੰਨਾ ਹੀ ਬੰਦਾ ਕਹਿ ਸਕਦਾ ਵੀ ਯੈਸ ਇਹਦੇ ਕੋਲ ਬੈਂਕ 'ਚ ਥੋੜ੍ਹਾ ਜ਼ਿਆਦਾ ਹੈ ਅਤੇ ਇਹਦੇ ਕੋਲ ਘੱਟ ਹੈ। ਦੈਟ ਸੋਰਟ ਆਫ ਲਾਈਫ ਸਟਾਈਲ ਅਸੀਂ ਕਹਿ ਸਕਦੇ। ਬਾਕੀ ਇਹ ਹੈ ਬੰਦੇ ਦੀ ਸੁਰਤ ਉੱਥੇ ਰਹੇ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਜਾਈ ਦਾ ਮਤਲਬ ਜਿੰਦਾ ਕਹਿ ਲਓ, ਹਿਰਦੇ ਜਾਨਾ। ਮੈਂ ਦੂਜਿਆਂ ਨਾਲੋਂ ਵੱਡਾ ਕਿਵੇਂ ਵੱਡਾ ਭਾਈ, ਮੈਂ ਦੂਜਿਆਂ ਨਾਲੋਂ ਵੱਖਰਾ ਕਿਵੇਂ ਵੱਖਰਾ ਭਾਈ। ਸਭ ਵਿੱਚ ਤੇ ਉਹ ਵਸਦਾ ਆ,
इस करके जिहड़ी इंक्लूसिवनैस आ, इंकलूड करके रखना, दूजे का दुख भी मेरा दुख है, दूजे के दुख नूं अपने दुख के रूप में एहसासना, इत्थों फिर दया आउंदी, कंपैशन आउंदा, इत्थों फिर मनुखता आउंदी, ह्यूमैनिटी आउंदी, इत्थों फिर जीवन का वरतारा बदलदा। अदरवाइज बंदे दियां प्रार्थनावां, बंदे दियां अरदासां भी बड़ियां सैल्फिश जियां हो जांदियां भी बस मी एंड माई सैल्फ, नथिंग एल्स। बाणी ने क्या ना, ये किवें हो सकदा? सारियां दी वैल बीइंग इच तेरी वैल बीइंग है, क्योंकि उही ते रव रहा सब नहीं जाई। इस करके क्या कर, नानक नाम चढ़दी कला ते तेरे भाणे, भाई मालक दाता तू ही है, सब दा ही भला कर, सब दे भले च मेरा भला पिया, क्योंकि सब विच ते तेरा तेरा वरतारा है, मेरा अमल भी इसे किस्म का होए। इस बचन तो बाद जिहड़ा शुरुआती पद आया, जिहदे च गुरु अर्जन साहब बयान करते, परमेश्वर दिता बन्ना, दुख रोग का डेरा पन्ना, आनंद करै नर नारी, हर हर प्रभ किरपा धारी। हुण लैंग्विस्टिक साइड तो, भाषाई पक्ष तो कई बार चीज़ां बंदे नूं समझण विच डेफिनेटली मुश्किल आउंदी है। बन्ना लफज आ प्राकृत मूल विचों आया होया शब्द पंजाबी जबान दे विच, बन्ने का मतलब ग्रूम, लाड़ा, ये हुंदा है। सो इस करके असीं डायरैक्टली इहदी ट्रांसलेशन करन लगे हां, कई वारी विआह दे सीन दे विच ट्रैडिशनल जिहड़े व्याख्याकार ने लै जांदे ने, पर जदों असीं थोड़ा गुरबाणी दे इस समुचे रंग नूं वेख के, रहाओ दे पदे नूं वेख के फिर आउंदे आ, फिर पता लगता है परमेश्वर दिता बन्ना, बन्ने का मतलब टू हैव सम सॉर्ट ऑफ बैंक और सम सॉर्ट ऑफ एक्चुअली जिन्हों कह लो किसी चीज़ नूं रोक पाउणी। जिवें बरसात पैंदी ते बरसात पैण तो बाद पानी खेतां चों सारा दा सारा निकल जांदा, पर जिन्हां खेतां दे बन्ने बन्ने हुंदे, जिन्हां खेतां दीयां वट्टां बज्जियां हुंदियां प्रॉपरली, उत्थे पानी टिक जांदा। जिहड़ी समझ आ, अकल आ, सोझी है, ये करतार दी नवाजिश है, तो यदी बरसात होंदी है, अंदर भी होंदी है, इनर इंस्टिंक्ट भी बंदे दा चीज़ां नूं सही परसपैक्टिव विच समझण वास्ते मदद करदा है, बाहरों भी आउंदी है। पर हुंदा की है, जिहड़ी अकल दी सोझी दी गल आ, वो मोस्टली जिवें कोई चीज़ स्पार्क कीती, रिफ्लैक्ट कीती ते चली गई, उसनूं बंदा स्टोर ना कर पाया, उसनूं बंदा जिन्हों कह लो कि एक सस्टेनेबिलिटी जिहड़ी हुंदी है, एक लैवल ते उसनूं अपने अंदर टका सकण दी एबिलिटी जिहड़ी है वो ना रही। इत्थे गुरु अर्जन साहब बयान करते, मालक ने तरस कर दिता, जिहदी बात हो रही सी, परमेश्वर दिता, परम ईश्वरी सत्ता ने ये बन दिता, समर्था देती, अकल दा राखा बन गया। वो जो अकल दी, समझ दी, सोझी दी गल आई, वो टिक गई, उन्हें टकाना बना लिया, परमेश्वर दिता बन्ना। एंड ड्यू टू दैट काइंड ऑफ यू कैन से ब्लैसिंग, और ड्यू टू दैट काइंड ऑफ ग्रेस, दुख रोग का डेरा पन्ना। दुख रोग भावें बीमारी है तो भावें कोई एनी सॉर्ट ऑफ सोरोफुल फीलिंग आ, इन्हें साडी सुरत च ही रहना है, सुरत तो बिना नहीं रह सकती है। जिथे बंदे की सुरत इस चीज़ दे विच गवाच जाएगी, ये चीज़ां तंग करनगियां, जोर देणगियां। जिथे बंदे की सुरत चों बाहर निकल जाएगी, ये चीज़ां हो के भी नहीं होणगियां। मैं सिंपल बात जी एग्जाम्पल करा, एक प्रोग्राम से साढ़े इत्थे, तो उहदे विच जिहड़ा शख्स सानू पढ़ाउण वाला सीगा यूनिवर्सिटी प्रोग्राम दे विच, वो शख्स बैठा, असी जा रहे हैं, मोस्टली रिफ्रैशमेंट का प्रोग्राम सीगा, सारे प्रोफैशनल सीगे, ते वो जो असी जा रहे हैं, बैठ रहे हैं उत्थे, तो वो अपने नोट्स वगैरह प्रिपेयर कर रहा है, प्रोजैक्टर दे नाल कंप्यूटर अटैच करके काम कर रहा है। तो जो थोड़ा ध्यान देने तो की देखते हैं, वो थोड़ी देर बाद ना कदी इस पासे नूं गर्दन घुमा लैंदा है, कदी एवें बांह कर लैंदा है, कदी लत्त कर लैंदा है, मतलब बड़ी कलमजीनेस जी नज़र आ रही है, बिल्कुल जिहड़ा वो स्टेबल नहीं हैगा। खैर क्लास शुरू हुई, वो कहंदा भी गल ये है, तुसीं शायद नोट्स किया होएगा, नहीं तो कर लोगे छेती। थोड़ी देर बाद मेरे हाथ कदी एवें नूं जाणगे, कदी लत्तां एवें नूं जाणगियां, कदी मेरा मूँह मुड़ जाएगा, एवें इस किस्म की गल होएगी। कहता गल ये है कि ना कुछ समा पहला मैनूं डॉक्टर ने कहा कि तेनों कोई डिजीज़ हो गई है,
ਡਿਜ਼ੀਜ਼ ਕੀ ਹੈ? ਪਾਰਕਿੰਸਨ। ਕਹਿੰਦਾ ਬੜਾ ਬੜਾ ਦੁਖੀ ਹੋਇਆ, ਇੰਝ ਲੱਗਾ ਅਸਮਾਨ ਤੋਂ ਥੱਲੇ ਡਿੱਗ ਗਿਆ, ਐਡਾ ਕੈਰੀਅਰ ਮਤਲਬ ਫਲਾਈ ਕਰ ਰਿਹਾ ਮੇਰਾ ਸਾਰਾ ਕੁਛ। ਤੇ ਉਹ ਕਹਿੰਦਾ ਵੀ ਸ਼ਾਇਦ ਹੋ ਸਕਦਾ ਤੂੰ ਹੁਣ ਟੀਚਿੰਗ ਨਾ ਕਰ ਪਾਏ। ਉਹ ਐਕਚੁਅਲੀ ਵਰਲਡ ਸਪੀਕਰ ਸੀਗਾ, ਵਰਲਡ ਵਾਈਡ ਸਾਈਕੋਲੋਜੀ ਐਂਡ ਡਰੱਗ ਅਬਿਊਜ਼ 'ਤੇ ਲੈਕਚਰਸ ਕਰਦਾ ਸੀਗਾ। ਤੂੰ ਕਹਿੰਦਾ ਮੈਨੂੰ ਲੱਗਾ ਵੀ ਇਹ ਤਾਂ ਕੰਮ ਹੀ ਖਰਾਬ ਹੋ ਗਿਆ ਸਾਰਾ। ਕਹਿੰਦਾ ਫਿਰ ਮੈਂ ਨਾ ਆਪਣੇ ਆਪ ਨਾਲ ਗੱਲ ਕੀਤੀ, ਸੱਚ ਦੱਸਾਂ ਆਪਣੀ ਬਿਮਾਰੀ ਨਾਲ ਹੀ ਗੱਲ ਕੀਤੀ। ਮੈਂ ਉਹਨੂੰ ਕਿਹਾ ਵੀ ਮੈਨੂੰ ਕਿਉਂ ਬੌਦਰ ਕਰਦੀ ਹੈ? ਤੇ ਉਹ ਕਹਿੰਦਾ, ਮੈਨੂੰ ਉਹਨੇ ਜਵਾਬ ਦਿੱਤਾ ਵੀ ਮੈਂ ਤੈਨੂੰ ਬੌਦਰ ਨਹੀਂ ਕਰਦੀ, ਬਲਕਿ ਤੁਸੀਂ ਮੈਨੂੰ ਬੌਦਰ ਕਰ ਰਹੇ ਹੋ। ਤੁਸੀਂ ਮੈਨੂੰ ਡਿਜ਼ੀਜ਼ ਕਹਿ ਰਹੇ ਹੋ, ਮੈਂ ਤਾਂ ਡਿਜ਼ੀਜ਼ ਹੈ ਹੀ ਨਹੀਂ ਗੀ। ਉਹ ਕਹਿੰਦੇ ਫਿਰ ਮੈਂ ਨਾਂ ਬਦਲ ਲਿਆ। ਮੈਂ ਕਿਹਾ ਵੀ ਮੇਰੀ ਇਸ ਬਾਡੀ ਦੇ ਵਿੱਚ ਨਾ ਇੱਕ ਗੈਸਟ ਰਹਿਣ ਲਈ ਆ ਗਿਆ। ਉਹ ਕੁਛ ਹੋਰ ਨਹੀਂ ਗਾ, ਉਹ ਪਾਰਕਿਨ ਦਾ ਸਨ ਆ, ਪਾਰਕਿਨਸਨ। ਉਹ ਬਹੁਤ ਨੋਟੀ ਬੱਚਾ ਆ, ਛੋਟਾ ਜਿਹਾ, ਬੜਾ ਚੰਚਲ ਆ। ਤੇ ਬਸ ਮੈਂ ਤੁਹਾਨੂੰ ਇੰਨਾ ਦੱਸਣਾ ਹੈ ਕਿ ਉਹ ਚੰਚਲ ਬੱਚਾ ਮੈਨੂੰ ਤਾਂ ਕੁਛ ਨਹੀਂ ਕਹਿੰਦਾ, ਮੈਂ ਤਾਂ ਬਿਲਕੁਲ ਕੰਫਰਟ ਆ ਉਹਦੇ ਨਾਲ। ਤੁਸੀਂ ਆਪਣਾ ਆਪ ਸਭ ਦੇਖ ਲਵੋ, ਜੇ ਤੇ ਉਸ ਨੋਟੀ ਕਿਡ ਨੂੰ ਤੁਸੀਂ ਬਹੁਤ ਅਟੈਂਸ਼ਨ ਪੇ ਕਰੋਗੇ, ਜੋ ਬਾਂਹ ਐਵੇਂ ਨੂੰ ਲੈ ਕੇ ਜਾਏਗਾ ਮੇਰੀ, ਉਹਨੂੰ ਤੁਸੀਂ ਨੋਟਿਸ ਕਰੋਗੇ, ਮੇਰਾ ਮੂੰਹ ਐਵੇਂ ਨੂੰ ਕਰੇਗਾ, ਤੁਸੀਂ ਉਹਨੂੰ ਨੋਟਿਸ ਕਰੋਗੇ, ਉਹ ਤੁਹਾਨੂੰ ਤੰਗ ਕਰੇਗਾ, ਤੁਸੀਂ ਜਿਹੜਾ ਆ ਇਰੀਟੇਟ ਹੋ ਜਾਓਗੇ। ਤੇ ਜੇ ਤੁਸੀਂ ਉਹਨੂੰ ਅਵੋਇਡ ਕਰ ਦਿਓਗੇ, ਤੁਸੀਂ ਅਟੈਂਡ ਨਹੀਂ ਕਰੋਗੇ, ਉਹ ਜਦੋਂ ਐਵੇਂ ਦੀਆਂ ਨੋਟੀਨੈਸ ਕਰੇਗਾ, ਤੇ ਫਿਰ ਤੁਹਾਨੂੰ ਪਤਾ ਵੀ ਲੱਗਣਾ, ਫਿਰ ਉਹਦੀ ਨੋਟੀਨੈਸ ਵੀ ਘਟ ਜਾਏਗੀ। ਆਪ ਹੈਰਾਨ ਹੋਵੋਗੇ, 2 ਦਿਨ ਉਹ ਪੜ੍ਹਾਉਂਦਾ ਰਿਹਾ, ਸਾਨੂੰ ਪਤਾ ਹੀ ਨਹੀਂ ਉਹਨੂੰ ਕੋਈ ਇਸ਼ੂ ਹੈ। ਰੀਜ਼ਨ ਕੀ ਹੈ? ਤੁਹਾਡੀ ਸੁਰਤ ਕਿੱਥੇ ਹੈ? ਸੁਰਤ ਉਹਦੇ ਕੋਲੋਂ ਗਿਆਨ ਲੈਣ ਦੇ ਵਿੱਚ ਆ, ਕੁਛ ਉਹ ਹਾਇਰ ਲੈਵਲ ਦੇ ਕੁਛ ਕੰਮ ਕਰਨ ਦੇ ਵਿੱਚ ਆ, ਜਾਂ ਉਸੇ ਚੀਜ਼ ਨੂੰ ਵਾਰ-ਵਾਰ ਸੋਚਣ ਵਿੱਚ ਆ। ਜਿੱਥੇ ਸੋਚ ਦਾ ਮੰਡਲ ਖੜਾ ਹੋ ਗਿਆ, ਕਿਆ ਦੁੱਖ ਰੋਗ ਕਾ ਡੇਰਾ ਪੰਨਾ। ਜਦੋਂ ਇੱਕੋ ਚੀਜ਼ ਹੀ ਕੰਸਿਸਟੈਂਟਲੀ ਆਪਣੇ ਆਪ ਨੂੰ ਰਿਮਾਈਂਡ ਕਰੀ ਜਾਣਾ ਕਰੀ ਜਾਣਾ, ਤੇ ਫਿਰ ਉਹਨਾਂ ਫੀਲਿੰਗਸ ਤੋਂ ਬੰਦਾ ਨਾ ਬਾਹਰ ਨਿਕਲਿਆ। ਜੇ ਹਰ ਵਕਤ ਕੰਸਿਸਟੈਂਟਲੀ ਰਿਮਾਈਂਡ ਹੀ ਕੀਤਾ ਜਾਣਾ, ਥੋੜਾ ਜਿਹਾ ਜੀਵਨ ਹੈ ਕਰਤਾਰ ਨੇ ਦਿੱਤਾ, ਜੋ ਤਿਸ ਭਾਵੈ ਸਾਈ ਭਲੀਕਾਰ। ਠੀਕ ਹੈ, ਇਹ ਜਿਹੜਾ ਰੂਪ ਆ, ਸਭ ਕਹਿੰਦੇ ਹੁਣ ਆ ਕੇ ਅੰਦਰ ਸਮਝ ਆ ਗਿਆ। ਆਨੰਦ ਕਰੇ ਨਰ ਨਾਰੀ, ਇਹ ਸਾਡੇ ਗਿਆਨ ਇੰਦਰੀ ਤੇ ਕਰਮ ਇੰਦਰੀਆਂ ਦੀ ਗੱਲ ਹੋ ਰਹੀ ਹੈ। ਇਹ ਆਨੰਦ ਵਿੱਚ ਨੇ, ਇਹਨਾਂ ਨੂੰ ਕੋਈ ਹੁਣ ਕਿਸੇ ਰੂਪ ਦੇ ਵਿੱਚ ਗਿਲਾ ਨਹੀਂ ਗਾ। ਹਰ ਪ੍ਰਭ ਕਿਰਪਾ ਧਾਰੀ, ਤੇ ਇਹ ਪ੍ਰਭੂ ਦੀ ਕਿਰਪਾ ਹੈ। ਗੁਰੂ ਅਰਜਨ ਸਾਹਿਬ ਨੂੰ ਪੁੱਛੀਏ, ਮਹਾਰਾਜ ਇਹ ਸੰਦੇਸ਼ ਕਮਾਲ ਦਾ ਹੈ, ਇਹ ਤੁਹਾਡੇ ਆਪਣੇ ਬਚਨ ਹੋਣਗੇ ਨਾ, ਤੁਸੀਂ ਆਪਣੀ ਪਰਸਨਲ ਰਾਏ ਦੇ ਰਹੇ ਹੋ ਸਾਨੂੰ। ਤੇ ਬਾਬਾ ਜੀ ਪਤਾ ਹੀ ਕਹਿ ਰਹੇ ਨੇ, ਕਹਿੰਦੇ ਧੁਰ ਕੀ ਬਾਣੀ ਆਈ। It's not me and my actually talk now. This is the talk of the real ਧੁਰ, ਅਸਲ ਉਹਦਾ ਸੰਦੇਸ਼ ਹੈ, ਯੂਨੀਵਰਸਲ ਮੈਸੇਜ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਐਂਡ ਇਹਦੇ ਕਰਕੇ ਹੀ ਸਾਰੀਆਂ ਫਿਕਰ, ਸਾਰੇ ਜਿਹੜੀਆਂ ਵਰੀ ਸੀਗੀਆਂ, ਸਾਰੀ ਫਿਕਰਮੰਦਗੀ ਸੀ, ਉਹ ਲੈ ਗਈ ਸਾਰੇ ਦੀ ਸਾਰੀ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਇਹ ਨਾਨਕ ਹਰੀ ਦੇ ਤਰਸ ਨਾਲ ਮੈਂ ਸੱਚ ਦਾ ਬਖਾਨ ਕੀਤਾ ਆ, ਮੈਂ ਰਿਐਲਿਟੀ ਨੂੰ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕੀਤਾ। ਸਭ ਰਹਿਮਤ ਕਰਨ, ਐਸੇ ਆਲਮੀ ਵਾਕਿਆ 'ਚੋਂ ਅਸੀਂ ਪ੍ਰੇਰਨਾ ਲਈਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰ ਦਿਓ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।